ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ। ਡੱਲਾ ਜੀ, ਬੰਗਲੌਰ ਦੇ ਵਿੱਚ ਵਿਰੋਧੀ ਧਿਰਾਂ ਵੱਲੋਂ ਗਠਬੰਧਨ ਦੇ ਐਲਾਨ ਦੇ ਨਾਲ ਹੀ ਪੰਜਾਬ ਦੇ ਵਿੱਚ ਸਿਆਸੀ ਤਰਥੱਲੀ ਮਚ ਗਈ ਹੈ। ਸੋ ਬੰਗਲੌਰ ਦੇ ਵਿੱਚ ਇਹ ਜਿਹੜਾ ਗਠਬੰਧਨ ਹੋਇਆ ਹੈ, ਲਗਭਗ 26 ਪਾਰਟੀਆਂ ਇਸ ਦੇ ਵਿੱਚ ਸ਼ਾਮਲ ਨੇ ਤੇ ਇਸ ਦੇ ਗਠਬੰਧਨ ਦੇ ਨਾਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਹੁਣ ਸਿਆਸੀ ਰੌਲਾ ਮਚਿਆ, ਇਸ ਦੇ ਉੱਪਰ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਹਰਜੋਤ ਜੀ, ਬਿਲਕੁਲ ਸਹੀ ਸਵਾਲ ਤੁਸੀਂ ਕੀਤਾ ਕਿ ਕਰਨਾਟਕਾ ਦੇ ਬੰਗਲੌਰ ਦੇ ਵਿੱਚ ਲਗਭਗ 26 ਪਾਰਟੀਆਂ ਦਾ ਮਹਾਗਠਬੰਧਨ ਹੋਇਆ। ਉਹਦਾ ਨਾਮ ਰੱਖਿਆ ਗਿਆ ਹੈ ਇੰਡੀਆ। ਅਸਲ 'ਚ ਗਠਬੰਧਨ ਦਾ ਨਾਮ ਹੈ, ਇਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ। ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ। ਇਹਦੇ ਵਿੱਚ ਲਗਭਗ 26 ਪਾਰਟੀਆਂ ਨੇ। ਇਹਦੇ ਵਿੱਚ ਕਾਂਗਰਸ ਵੀ ਹੈ, ਇਹਦੇ 'ਚ ਆਮ ਆਦਮੀ ਪਾਰਟੀ ਵੀ ਹੈ। ਸੋ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਵੀ ਕੱਲ੍ਹ ਉੱਥੇ ਮੌਜੂਦ ਰਹੇ ਜਦੋਂ ਇਹ ਐਲਾਨ ਹੋਇਆ। ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ, ਇਹ ਪੂਰੇ ਨਾਮ ਦਾ ਐਲਾਨ ਕੀਤਾ ਗਿਆ। ਹੁਣ ਇਸ ਗਠਬੰਧਨ ਦਾ ਮਕਸਦ ਕੀ ਹੈ? ਕੇਂਦਰ ਸਰਕਾਰ ਖਿਲਾਫ 2024 ਦੇ ਵਿੱਚ ਸੱਤਾ ਹਾਸਲ ਕਰਨੀ ਸਭ ਤੋਂ ਵੱਡਾ ਮਕਸਦ ਹੈ ਕਿ 2024 ਦੀਆਂ ਚੋਣਾਂ 'ਚ ਨਰਿੰਦਰ ਮੋਦੀ ਨੂੰ ਹਟਾਉਣਾ। ਦੂਸਰਾ, ਇਹ ਗਠਬੰਧਨ ਕਹਿੰਦਾ ਅਸੀਂ ਲੋਕਤੰਤਰ ਬਚਾਉਣਾ ਹੈ। ਬਹੁਤ ਤਰ੍ਹਾਂ ਦੇ ਕੇਂਦਰ ਸਰਕਾਰ ਸੂਬਿਆਂ 'ਚ ਦਖਲ ਦਿੰਦੀ ਹੈ ਗਵਰਨਰ ਦੇ ਜ਼ਰੀਏ। ਜਿਵੇਂ ਪੰਜਾਬ ਵਾਲੇ ਕਹਿੰਦੇ ਸਾਡੇ ਗਵਰਨਰ ਦਖਲ ਦਿੰਦੇ, ਜਿਵੇਂ ਲੈਫਟੀਨੈਂਟ ਗਵਰਨਰ ਦਿੱਲੀ ਵਾਲੇ ਕਹਿੰਦੇ ਸਾਡੇ ਦਖਲ ਦਿੰਦੇ, ਜਿਵੇਂ ਕਈ ਸੂਬਿਆਂ 'ਚ ਗਵਰਨਰਾਂ ਨੇ ਸਮੇਂ-ਸਮੇਂ 'ਤੇ ਵਿਧਾਨ ਸਭਾਵਾਂ 'ਚ ਦਖਲ ਦਿੱਤਾ ਜਾਂ ਸਰਕਾਰਾਂ 'ਚ ਦਖਲ ਦਿੱਤਾ। ਜਿਵੇਂ ਬੀਬੀ ਮਮਤਾ ਬਨਰਜੀ ਕਹਿੰਦੇ ਨੇ ਕਿ ਗਵਰਨਰ ਸਾਡੀ ਸਰਕਾਰ 'ਚ ਦਖਲ ਦਿੰਦੇ। ਸੋ ਜਿਹੜਾ ਕੇਂਦਰ ਸਰਕਾਰ ਆਰਡੀਨੈਂਸ ਲੈ ਕੇ ਆ ਰਹੀ ਹੈ, ਜਿਹੜਾ ਲੋਕ ਸਭਾ ਦਾ ਸੈਸ਼ਨ ਹੈ ਜਿਹੜਾ 20 ਤਰੀਕ ਤੋਂ ਪ੍ਰਪੋਜ਼ਡ ਹੈ, ਉਹਦੇ 'ਚ ਆਰਡੀਨੈਂਸ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਸਮਰਥਨ ਮੰਗਿਆ ਸੀ ਕਾਂਗਰਸ ਦਾ। ਕਹਿੰਦੇ ਸੀ ਫਿਰ ਅਸੀਂ ਗਠਬੰਧਨ 'ਚ ਆਵਾਂਗੇ। ਕਾਂਗਰਸ ਨੇ ਕਹਿ ਦਿੱਤਾ ਕਿ ਅਸੀਂ ਆਰਡੀਨੈਂਸ ਦੇ ਵਿਰੋਧੀ ਹਾਂ। ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਸ ਗਠਬੰਧਨ 'ਚ ਆਈ ਹੈ। ਇਹ ਸਭ ਤੋਂ ਵੱਡੀ ਇੱਕ ਪੋਲੀਟੀਕਲ ਡਿਵੈਲਪਮੈਂਟ ਹੈ। ਅਗਰ ਆਮ ਆਦਮੀ ਪਾਰਟੀ ਇਸ ਮਹਾਗਠਬੰਧਨ 'ਚ ਨਾ ਆਉਂਦੀ ਤਾਂ ਇਸ ਮਹਾਗਠਬੰਧਨ ਦੀ ਤਾਕਤ ਇੰਨੀ ਜ਼ਿਆਦਾ ਨਹੀਂ ਸੀ ਦਿਖਣੀ ਜਿੰਨੀ ਬਣ ਗਈ, ਕਿਉਂਕਿ ਉੱਤਰ ਭਾਰਤ ਦੇ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਇਹਦੇ ਨਾਲ ਨਾਲ ਰਾਜਸਥਾਨ, ਇਹ ਸਾਰੇ ਪਾਸੇ ਆਮ ਆਦਮੀ ਪਾਰਟੀ ਜਦੋਂ ਇਸ ਮਹਾਗਠਬੰਧਨ ਦਾ ਹਿੱਸਾ ਬਣ ਗਈ ਹੈ ਤੇ ਇਹ ਮਹਾਗਠਬੰਧਨ ਅਚਾਨਕ ਤਕੜਾ ਨਜ਼ਰ ਆਉਣ ਲੱਗ ਗਿਆ। ਜੇ ਅਸੀਂ ਸਿਰਫ ਪੰਜਾਬ ਬਾਰੇ ਸੋਚ ਲਈਏ, ਅਸੀਂ ਸਿਰਫ ਦਿੱਲੀ ਬਾਰੇ ਸੋਚ ਲਈਏ ਕਿ ਦਿੱਲੀ 'ਚ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਮਹਾਗਠਬੰਧਨ ਅਗਰ ਇਕੱਠੇ ਚੋਣਾਂ ਲੜਦਾ ਹੈ, ਜੇ ਪੰਜਾਬ ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਲੜਦੇ ਨੇ ਤੇ ਕੀ ਨਤੀਜੇ ਹੋ ਸਕਦੇ ਨੇ? ਠੀਕ ਉਸੇ ਤਰ੍ਹਾਂ ਤਕੜਾ ਲੱਗਣ ਲੱਗ ਗਿਆ ਪੰਜਾਬ 'ਚ ਮਹਾਗਠਬੰਧਨ, ਕਿਉਂਕਿ 2024 ਨੂੰ ਦੇਖ ਕੇ ਮਹਾਗਠਬੰਧਨ ਕੀਤਾ ਗਿਆ। ਹੁਣ ਇਹਦੇ ਨਾਲ ਮੈਂ ਇਹ ਵੀ ਦੱਸਦਾ ਕਿ ਇਸ ਮਹਾਗਠਬੰਧਨ 'ਚ ਅੱਗੇ ਕੀ ਹੋਣਾ ਤੇ ਪੰਜਾਬ 'ਚ ਜਿਹੜੀ ਸਿਆਸੀ ਤਰਥੱਲੀ ਮੱਚੀ ਹੈ ਮੈਂ ਉਹਦੀ ਵੀ ਪੂਰੀ ਵਿਆਖਿਆ ਕਰਦਾ। ਪਰ ਮੈਂ ਪਹਿਲਾਂ ਹੀ ਦੱਸਦਾ ਕਿ 11 ਮੈਂਬਰ ਇਸ ਗਠਬੰਧਨ 'ਚ ਇਹ ਇੱਕ ਕਮੇਟੀ ਬਣੇਗੀ। ਉਹ ਕਮੇਟੀ 11 ਮੈਂਬਰਾਂ ਦੀ ਹੋਏਗੀ। ਹੁਣ ਅਗਲੀ ਮੀਟਿੰਗ ਮੁੰਬਈ 'ਚ ਹੈ, ਮਹਾਰਾਸ਼ਟਰ 'ਚ, ਕਿਉਂਕਿ ਸ਼ਰਦ ਪਵਾਰ ਵੀ ਗਠਬੰਧਨ ਦਾ ਹਿੱਸਾ ਨੇ। ਸ਼ਿਵ ਸੈਨਾ ਬਾਲਾ ਠਾਕਰੇ ਵਾਲੇ, ਉਦਿਤ ਠਾਕਰੇ, ਉਹ ਵੀ ਇਸ ਗਠਬੰਧਨ ਦਾ ਹਿੱਸਾ ਨੇ। ਹੁਣ 11 ਮੈਂਬਰ ਹੋਣਗੇ, ਇੱਕ ਚੇਅਰਮੈਨ ਹੋਏਗਾ, ਇੱਕ ਕਨਵੀਨਰ। ਜਿਵੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੈ, ਇਸ ਪੂਰੇ ਇੰਡੀਆ ਗਠਬੰਧਨ ਦੇ ਕਨਵੀਨਰ ਇੱਕ ਬਣਨਗੇ ਕਮੇਟੀ ਦੇ ਚੇਅਰਮੈਨ, ਔਰ 11 ਹੋਣਗੇ ਮੈਂਬਰ। ਇਹ 11 ਮੈਂਬਰੀ ਕਮੇਟੀ ਇਹ ਤੈਅ ਕਰੇਗੀ ਕਿ ਕਿਹੜੇ ਮੁੱਦੇ ਚੋਣਾਂ 'ਚ ਅੱਗੇ ਅਸੀਂ ਉਭਾਰਨੇ। 2024 ਦੀਆਂ ਚੋਣਾਂ 'ਚ ਕਿਹੜੇ ਸੂਬੇ 'ਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ 'ਤੇ ਲੜੇਗੀ। ਜਿਵੇਂ ਦਿੱਲੀ ਤੇ ਪੰਜਾਬ ਹੈ, ਪੰਜਾਬ 'ਚ ਕਾਂਗਰਸ ਅੱਜ ਵੀ 7 MP ਨੇ ਕਾਂਗਰਸ ਦੇ, ਦਿੱਲੀ 'ਚ BJP ਦੇ 7 MP ਨੇ, ਆਪ ਦਾ ਕੋਈ MP ਨਹੀਂ ਲੋਕ ਸਭਾ ਦਾ। ਪੰਜਾਬ 'ਚ ਆਮ ਆਦਮੀ ਪਾਰਟੀ ਦਾ 1 MP ਹੈ। ਕਿਸੇ ਵੇਲੇ 4 ਹੁੰਦੇ ਸੀ, ਫਿਰ ਘਟ ਕੇ 1 ਰਹਿ ਗਿਆ ਤੇ ਫਿਰ ਕੋਈ ਨਹੀਂ ਰਿਹਾ ਤੇ ਹੁਣ ਫਿਰ 1 ਹੋ ਗਿਆ। ਸੋ ਘਾਟਾ ਵਾਧਾ ਚੱਲਦਾ ਰਹਿੰਦਾ ਹੈ। ਹੁਣ ਜਿਹੜੀ ਇਹ 11 ਮੈਂਬਰੀ ਕਮੇਟੀ ਹੈ, ਇਹ ਪੂਰੇ ਦੇਸ਼ 'ਚ
ਕਿਤੇ ਕਾਂਗਰਸ ਦਾ ਸਪਾ ਨਾਲ ਗਠਬੰਧਨ, ਕਿਤੇ ਕਾਂਗਰਸ ਦਾ ਲਾਲੂ ਯਾਦਵ ਦੀ ਪਾਰਟੀ ਨਾਲ, ਨਿਤਿਸ਼ ਦੀ ਪਾਰਟੀ ਨਾਲ ਗਠਬੰਧਨ, ਕਿਤੇ ਕਾਂਗਰਸ ਦਾ ਐਨਸੀਪੀ ਨਾਲ, ਸ਼ਿਵ ਸੈਨਾ ਨਾਲ, ਕਿਤੇ ਸੀਪੀਐਮ ਨਾਲ, ਕਿਤੇ ਲੈਫਟ ਪਾਰਟੀਆਂ ਨਾਲ। ਇਸ ਤਰ੍ਹਾਂ ਗਠਬੰਧਨ ਬਣੇਗਾ ਪਾਰਲੀਮੈਂਟ ਦੀਆਂ ਚੋਣਾਂ 'ਚ 2024 'ਚ, ਕਿਉਂਕਿ ਕਾਂਗਰਸ ਇੱਕ ਨੈਸ਼ਨਲ ਪਾਰਟੀ ਹੈ। ਬਹੁਤ 50 ਤੋਂ ਜ਼ਿਆਦਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ। ਹੋਰ ਕਿਸੇ ਕਾਂਗਰਸ ਔਰ ਆਮ ਆਦਮੀ ਪਾਰਟੀ ਦੀ ਤੁਲਨਾ ਕਰੀਏ ਤੇ ਆਮ ਆਦਮੀ ਪਾਰਟੀ ਕੋਲੇ ਲੋਕ ਸਭਾ ਦਾ ਇੱਕ ਮੈਂਬਰ ਹੈ ਅੱਜ ਦੀ ਘੜੀ। ਸੋ ਮੌਜੂਦਾ ਸਮੇਂ 'ਚ ਜਦੋਂ ਇਹ ਗਠਬੰਧਨ ਬਣਨਾ, ਹਾਲਾਂਕਿ ਪੰਜਾਬ 'ਚ ਆਪ ਦੀ ਸਰਕਾਰ ਹੈ 92 ਸੀਟਾਂ, ਦਿੱਲੀ 'ਚ ਆਪ ਦੀ ਸਰਕਾਰ ਹੈ 60 ਤੋਂ ਵੱਧ ਸੀਟਾਂ। ਹੁਣ ਸਵਾਲ ਇਹ ਹੈ ਕਿ ਇਹ 11 ਮੈਂਬਰੀ ਕਮੇਟੀ ਤੈਅ ਕਰੇਗੀ ਕਿ ਕਿਹੜੇ ਸੂਬਿਆਂ 'ਚ ਕਿਹੜੀਆਂ ਪਾਰਟੀਆਂ ਮਿਲ ਕੇ ਚੋਣਾਂ ਲੜਨਗੀਆਂ। ਹੁਣ ਜਿਹੜਾ ਇਹ ਇੰਡੀਆ ਗਠਬੰਧਨ ਬਣਿਆ ਹੈ, ਇਹਦੇ 'ਚ 2 ਪਾਰਟੀਆਂ ਪੰਜਾਬ ਦੀਆਂ ਨੇ, ਆਪ ਔਰ ਕਾਂਗਰਸ। ਹੋਰ ਪੰਜਾਬ 'ਚੋਂ ਕੋਈ ਪਾਰਟੀ ਨਹੀਂ ਜਿਹੜੀ ਇਸ ਗਠਬੰਧਨ ਦਾ ਹਿੱਸਾ ਹੈ। ਉਂਝ ਸੀਪੀਐਮ ਲੈਫਟ ਪਾਰਟੀਆਂ ਦਾ ਕੌਮੀ ਪਾਰਟੀਆਂ ਦੇ ਰੂਪ ਦੇ ਵਿੱਚ ਇਸ ਗਠਬੰਧਨ ਦਾ ਹਿੱਸਾ ਨੇ। ਬਸਪਾ ਵੀ ਕਿਸੇ ਗਠਬੰਧਨ ਦਾ ਹਾਲੇ ਤੱਕ ਹਿੱਸਾ ਨਹੀਂ। ਹੁਣ ਮੋٹے ਤੌਰ ਤੇ ਜਦੋਂ ਸੀਟਾਂ ਦੀ ਵੰਡ ਹੋਣੀ ਹੈ ਇਸ ਗਠਬੰਧਨ ਦੇ ਮੁਤਾਬਕ, ਤੇ ਪੰਜਾਬ 'ਚ ਸੀਟਾਂ ਦੀ ਵੰਡ ਕਾਂਗਰਸ ਤੇ ਆਮ ਆਦਮੀ ਪਾਰਟੀ 'ਚ ਹੋਏਗੀ। ਹਾਂ, ਕਿਸੇ ਵੇਲੇ ਗਠਬੰਧਨ ਟੁੱਟ ਜਾਏ, ਗੱਲ ਵੱਖਰੀ ਹੈ। ਕੋਈ ਪਾਰਟੀ ਗਠਬੰਧਨ 'ਚੋਂ ਬਾਹਰ ਆ ਜਾਏ, ਗੱਲ ਵੱਖਰੀ ਹੈ। ਪਰ ਜੇ ਗਠਬੰਧਨ ਇਸੇ ਤਰ੍ਹਾਂ ਨਾਲ 2024 ਦੇ ਨੇੜੇ ਪਹੁੰਚ ਗਿਆ ਜਿਵੇਂ ਹੁਣ ਤਕੜਾ ਦਿਖ ਰਿਹਾ ਹੈ, ਉਂਝ ਗਠਬੰਧਨ ਦਾ ਸਭ ਤੋਂ ਜ਼ਿਆਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਵੀ ਹੋਏਗਾ। ਆਮ ਆਦਮੀ ਪਾਰਟੀ ਨੂੰ ਇਸ ਰੂਪ 'ਚ ਫਾਇਦਾ ਹੋਏਗਾ ਕਿ ਆਮ ਆਦਮੀ ਪਾਰਟੀ, ਕਿਉਂਕਿ ਇਲਜ਼ਾਮ ਇਹ ਲਾਉਂਦੀ ਹੈ ਕਿ ਸਾਨੂੰ ਜ਼ਬਰਦਸਤੀ ਸਾਡੇ ਤੇ ਕਾਰਵਾਈਆਂ ਹੁੰਦੀਆਂ ਨੇ। ਹੁਣ ਆਮ ਆਦਮੀ ਪਾਰਟੀ ਤੇ ਅਗਰ ਕੋਈ ਵੀ ਕਾਰਵਾਈ ਅਜਿਹੀ ਹੋਏਗੀ ਜਿਹੜੀ ਸ਼ੱਕੀ ਹੈ, ਤੇ ਸਾਰਾ ਇੰਡੀਆ ਗਠਬੰਧਨ ਆਮ ਆਦਮੀ ਪਾਰਟੀ ਦੇ ਸਮਰਥਨ 'ਚ ਖੜ ਜਾਏਗਾ। ਤੇ ਹੁਣ ਜੇ ਕਿਸੇ ਵੀ ਪਾਰਟੀ ਤੇ ਕੋਈ ਸ਼ੱਕੀ ਕਾਰਵਾਈ ਕੀਤੀ ਜਾਏਗੀ ਤੇ ਸਾਰਾ ਇੰਡੀਆ ਗਠਬੰਧਨ ਇਕੱਠਾ ਹੋ ਕੇ ਖੜ ਜਾਏਗਾ। ਸੋ ਵਿਰੋਧੀ ਧਿਰਾਂ ਇੰਡੀਆ ਗਠਬੰਧਨ ਇੱਕ ਪਾਸੇ ਹੋ ਗਿਆ, ਐਨਡੀਏ ਗੱਠਜੋੜ ਇੱਕ ਪਾਸੇ ਹੋ ਗਿਆ, ਜਿਹੜਾ ਭਾਰਤ ਦੀ ਸੱਤਾ 'ਚ ਹੈ ਨਰਿੰਦਰ ਮੋਦੀ ਉਹਨਾਂ ਦੀ ਅਗਵਾਈ 'ਚ। ਉਂਝ ਉਹਨਾਂ ਦੀ ਵੀ ਕੱਲ੍ਹ ਬੈਠਕ ਹੋਈ ਹੈ। ਐਨਡੀਏ 'ਚ 38 ਪਾਰਟੀਆਂ ਆ ਗਈਆਂ। ਉਂਝ ਐਨਡੀਏ ਦੇ ਵਿੱਚ ਜ਼ਿਆਦਾਤਰ ਪਾਰਟੀਆਂ ਛੋਟੀਆਂ ਨੇ, ਜਿਵੇਂ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਦੀ ਪਾਰਟੀ ਹੈ, ਜਿਵੇਂ ਉਪਿੰਦਰ ਕੁਸ਼ਵਾਹਾ ਜੀ ਨੇ, ਹੋਰ ਬਹੁਤ ਸਾਰੇ ਲੀਡਰ ਨੇ। ਕੁਝ ਪਾਰਟੀਆਂ ਵੱਡੀਆਂ ਵੀ ਨੇ। ਹੁਣ ਅਕਾਲੀ ਦਲ ਐਨਡੀਏ ਦਾ ਹਿੱਸਾ ਨਹੀਂ ਹੈ। ਕੱਲ੍ਹ ਅਕਾਲੀ ਦਲ ਵੱਲੋਂ ਐਨਡੀਏ ਦੀ ਮੀਟਿੰਗ 'ਚ ਸੁਖਬੀਰ ਸਿੰਘ ਬਾਦਲ ਨਹੀਂ ਗਏ। ਇਹਦਾ ਮਤਲਬ ਸਾਫ਼ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਹਾਲੇ ਗਠਬੰਧਨ ਦਾ ਹਿੱਸਾ ਨਹੀਂ ਹੈ। ਪਰ ਮੈਨੂੰ ਪੂਰਾ ਭਰੋਸਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਗਠਬੰਧਨ ਬਣੇਗਾ ਆਉਣ ਵਾਲੇ ਸਮੇਂ 'ਚ। ਹੋ ਸਕਦਾ ਬਸਪਾ ਵੀ ਕੋਈ ਫੈਸਲਾ ਕਰੇ, ਇਹ ਜ਼ਰੂਰ ਬਣੇਗਾ, ਇਹਦੀ ਪੂਰੀ ਉਮੀਦ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਅਗਰ ਇੰਡੀਆ ਗਠਬੰਧਨ ਨੂੰ ਹਰਾਉਣਾ ਹੈ ਤੇ ਪੰਜਾਬ 'ਚ ਅਕਾਲੀ ਦਲ ਦੀ ਬਹੁਤ ਵੱਡੀ ਲੋੜ ਹੈ ਬੀਜੇਪੀ ਲਈ। ਕਿਉਂਕਿ ਨਹੀਂ ਤਾਂ ਆਪ ਤੇ ਕਾਂਗਰਸ ਜੇ ਪੰਜਾਬ 'ਚ ਇਕੱਠੇ ਹੋ ਗਏ, ਫਿਰ 13 ਸੀਟਾਂ ਪੰਜਾਬ ਦੀਆਂ ਤੇ 14ਵੀਂ ਸੀਟ ਚੰਡੀਗੜ੍ਹ ਦੀ, ਫਿਰ ਤਾਂ ਬਿਜਲੀ ਮੁਫਤ ਵਾਂਗ ਘਰ ਘਰ ਮਾਹੌਲ ਆਪ ਤੇ ਕਾਂਗਰਸ ਦਾ ਬਣ ਸਕਦਾ। ਮੈਂ ਸਕਦਾ ਕਹਿ ਰਿਹਾ। ਹੁਣ ਜਿਹੜੀਆਂ ਤੁਸੀਂ ਕਿਹਾ ਵੀ ਧਰਥੱਲੀ ਮੱਚ ਗਈ, ਹਰਜੋਤ ਜੀ ਤੁਸੀਂ ਸਵਾਲ ਕੀਤਾ ਪੰਜਾਬ 'ਚ, ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ 92 ਸੀਟਾਂ ਜਿੱਤੀ, ਸੰਗਰੂਰ ਹਾਰੀ, ਪਰ ਜਲੰਧਰ ਜਿੱਤੀ। ਹੁਣ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਬਿਜਲੀ ਮੁਫਤ ਦਾ ਅਸਰ ਆ ਗਿਆ ਤੇ ਲੋਕ ਸਾਡੀਆਂ ਨੀਤੀਆਂ ਦੇ ਹਮਾਇਤ 'ਚ ਹੈ। ਕਾਂਗਰਸ ਟੁੱਟੀ ਜਾਂਦੀ ਹੈ, ਕਾਂਗਰਸ ਤਾਂ ਪਿੱਲੀ ਕੰਧ ਵਾਂਗ ਪੰਜਾਬ 'ਚ ਉੱਧੜੀ ਜਾਂਦੀ ਹੈ। ਉਂਝ ਕਾਂਗਰਸ ਦੇ ਜ਼ਿਆਦਾਤਰ ਲੀਡਰ ਜਿਹੜੇ ਛੱਡ ਕੇ ਗਏ ਨੇ ਕਾਂਗਰਸ ਦੇ, ਉਹਨਾਂ 'ਚੋਂ ਜ਼ਿਆਦਾਤਰ ਉਹ ਨੇ ਜਿਨ੍ਹਾਂ 'ਤੇ ਕਿਤੇ ਨਾ ਕਿਤੇ ਕਰਪਸ਼ਨ ਦਾ ਸ਼ੱਕ ਹੈ। ਉਹਨਾਂ 'ਤੇ ਕੇਸ-ਕੂਸ ਵੀ ਚੱਲੀ ਜਾਂਦੇ ਨੇ, ਤੇ ਕਈ ਅਜਿਹੇ ਨੇ ਜਿਨ੍ਹਾਂ ਨੂੰ ਕਿਸੇ ਦਾ ਆਸਰਾ ਚਾਹੀਦਾ ਸੀ। ਕਈ ਅਜਿਹੇ ਵੀ ਛੱਡ ਕੇ ਗਏ ਨੇ ਜਿਹੜੇ ਢਾਲ ਭਾਲਦੇ ਸੀ ਕਿਸੇ ਵੱਡੇ ਲੀਡਰ ਦੀ, ਵੀ ਸਾਨੂੰ ਢਾਲ ਮਿਲ ਜੇ ਤੇ ਅਸੀਂ ਕਾਂਗਰਸ 'ਚ ਤੁਰੇ ਫਿਰੀਏ। ਕਿਸੇ ਇੱਕ ਵੱਡੇ ਲੀਡਰ ਦੀ ਢਾਲ ਭਾਲਦੇ ਸੀ ਕਈ ਲੀਡਰ। ਹਮੇਸ਼ਾ ਸਿਆਸਤ 'ਚ ਇਹ ਹੁੰਦਾ, ਬਹੁਤ ਸਾਰੇ ਸਿਆਸਤ 'ਚ ਇਸ ਤਰ੍ਹਾਂ ਦੇ ਵਿਧਾਇਕ ਬਣ ਜਾਂਦੇ ਨੇ ਜਿਨ੍ਹਾਂ ਦੀ ਆਪਣੀ ਸਮਰੱਥਾ ਜਿੱਤਣ ਦੀ ਨਹੀਂ ਹੁੰਦੀ, ਉਹ ਇੱਕ ਹਵਾ 'ਚ ਜਿੱਤੇ ਹੋਏ ਲੀਡਰ ਹੁੰਦੇ ਨੇ। ਜਿਵੇਂ ਮੈਂ ਛੋਟੇ ਹੁੰਦੇ ਦੀ ਗੱਲ ਕਰਾਉਣਾ, ਮੈਂ ਬਹੁਤ ਹੀ ਚੰਗੀ ਤਰ੍ਹਾਂ ਮੈਨੂੰ ਪਤੰਗ ਨਹੀਂ ਸੀ ਉਡਾਉਣਾ ਆਉਂਦਾ ਹਰਜੋਤ ਜੀ। ਕਈ ਵਾਰੀ ਹਵਾ ਹੀ ਇੰਨੀ ਤੇਜ਼ ਚੱਲਦੀ ਸੀ, ਮੇਰਾ ਪਤੰਗ ਆਪ ਹੀ ਉੱਡ ਜਾਂਦਾ ਸੀ ਤੇ ਮੈਨੂੰ ਲੱਗਣ ਲੱਗਦਾ ਸੀ ਵੀ ਮੈਨੂੰ ਪਤੰਗ ਉਡਾਉਣਾ ਆ ਗਿਆ। ਪਰ ਅਗਲੇ ਦਿਨ ਜਦੋਂ ਹਵਾ ਨਹੀਂ ਸੀ ਚੱਲਦੀ ਹੁੰਦੀ, ਉਹੀ ਪਤੰਗ ਮੇਰੇ ਤੋਂ ਉੱਡਦਾ ਨਹੀਂ ਸੀ। ਫਿਰ ਮੈਂ ਕਿਸੇ ਆਪਣੇ ਤੋਂ ਵੱਡੇ ਨੂੰ ਬੇਨਤੀ ਕਰਕੇ ਪਤੰਗ ਉਡਵਾਉਣਾ, ਤੇ ਜਦੋਂ ਉੱਚੀ ਉੱਡ ਜਾਣਾ ਤੇ ਫਿਰ ਮੈਂ ਹੱਥ 'ਚ ਧਾਗਾ ਫੜ ਕੇ
ਕਿੰਨੀ ਕਿੰਨੀ ਦੇਰ ਉਹਨੂੰ ਦੇਖਦੇ ਰਹਿਣਾ, ਪਰ ਮੈਂ ਉਹਨੂੰ ਖਿੱਚਦਾ ਨਹੀਂ ਸੀ ਕਿਉਂਕਿ ਮੈਨੂੰ ਖਿੱਚਣਾ ਵੀ ਨਹੀਂ ਸੀ ਆਉਂਦਾ। ਉਹੀ ਸਥਿਤੀ ਆ। ਬਹੁਤ ਸਾਰੇ ਹੁਣ ਵੀ ਆਮ ਆਦਮੀ ਪਾਰਟੀ 'ਚ ਜਿਹੜੇ MLA ਬਣੇ, ਬਹੁਤ ਸਾਰੇ ਅਜਿਹੇ ਆਮ ਆਦਮੀ ਪਾਰਟੀ 'ਚ MLA ਹੈ ਜਿਹੜੇ ਹਵਾ 'ਚ ਬਣ ਗਏ, ਆਮ ਆਦਮੀ ਪਾਰਟੀ ਦੀ ਲਹਿਰ 'ਚ MLA ਬਣ ਗਏ। ਦੇਸ਼ ਦੇ ਵਿੱਚ ਬਹੁਤ ਸਾਰੇ MP ਨੇ ਅਜਿਹੇ ਜਿਹੜੇ ਲਹਿਰ 'ਚ MP ਬਣੇ ਹੋਏ ਨੇ, ਨਰਿੰਦਰ ਮੋਦੀ ਦੀ ਲਹਿਰ 'ਚ MP ਬਣ ਗਏ। ਉਹਨਾਂ ਦੀ ਆਪਣੀ ਕਾਰਗੁਜ਼ਾਰੀ ਐਡੀ ਵੱਡੀ ਨਹੀਂ ਸੀ ਕਿ ਉਹ ਜਿੱਤ ਜਾਂਦੇ। ਹੁਣ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਅਜਿਹੇ MLA ਹੈ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡਾ ਉਮੀਦਵਾਰ ਕਿਹੜਾ। ਉਹ ਕਹਿੰਦੇ ਸਾਨੂੰ ਤਾਂ ਬਸ ਝਾੜੂ ਦਾ ਪਤਾ ਹੈ। ਜਿਵੇਂ ਮੋਦੀ ਵੇਲੇ ਦੇਸ਼ ਦੀਆਂ ਚੋਣਾਂ ਹੁੰਦੀਆਂ ਨੇ, ਬਹੁਤ ਸਾਰੇ ਲੋਕ ਕਹਿੰਦੇ ਸਾਨੂੰ ਤਾਂ ਬਸ ਫੁੱਲ ਦਾ ਪਤਾ ਹੈ। ਜਿਵੇਂ ਕੋਈ ਵੇਲਾ ਸੀ, ਜਿਵੇਂ ਬਹੁਤ ਸਾਰੇ ਸਾਡੇ ਲੋਕ ਕਹਿੰਦੇ ਸੀ ਸਾਨੂੰ ਤਾਂ ਬਸ ਪੰਜੇ ਦਾ ਪਤਾ ਹੈ, ਪੰਜੇ ਤੇ ਮੋਹਰ ਲਾਣੀ, ਜਿਹੜਾ ਮਰਜ਼ੀ ਖੜਾ ਹੋਵੇ। ਸੋ ਇਸ ਕਰਕੇ ਬਹੁਤ ਸਾਰੇ MLA MP ਲਹਿਰ 'ਚ ਬਣਦੇ ਨੇ। ਤੇ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਜਿਵੇਂ 92 ਸੀਟਾਂ ਨਾਲ ਲਹਿਰ ਚੱਲੀ, ਤੇ ਹੁਣ ਉਮੀਦ ਸੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ 2024 'ਚ ਲਹਿਰ ਚੱਲੂ ਤੇ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ। ਹੁਣ ਜਦੋਂ ਗਠਬੰਧਨ ਹੋ ਗਿਆ ਤੇ ਕਈ ਕਾਂਗਰਸ ਦੇ ਮੌਜੂਦਾ MP ਚਿੰਤਾ 'ਚ ਨੇ ਤੇ ਕਈ ਆਪ ਵਾਲੇ ਦਾਅਵੇਦਾਰ ਚਿੰਤਾ 'ਚ ਨੇ। ਹੁਣ 13 ਸੀਟਾਂ ਨੇ, 13 ਕਾਂਗਰਸ ਨੇ ਲੜਨੀਆਂ ਸੀ, 13 ਆਮ ਆਦਮੀ ਪਾਰਟੀ ਨੇ। ਹੁਣ ਜੇ ਗਠਬੰਧਨ ਹੋ ਗਿਆ ਦੋਨਾਂ ਦਾ, ਤੇ ਜਿਹੜੇ 26 ਦਾਅਵੇਦਾਰ ਸੀ ਦੋਨਾਂ ਵਾਲੇ ਪਾਸੇ 13-13, ਉਂਝ ਦਾਅਵੇਦਾਰ ਤਾਂ ਬਹੁਤ ਸੀ, ਸਾਰੀਆਂ ਪਾਰਟੀਆਂ 'ਚੋਂ ਘੱਟੋ ਘੱਟ 10-10 ਤਾਂ ਘੱਟੋ ਘੱਟ ਦਾਅਵੇਦਾਰ ਸੀ। ਹਰ ਸੀਟ ਤੇ 10 ਲੋਕ ਆਮ ਆਦਮੀ ਪਾਰਟੀ ਦੀ ਟਿਕਟ ਚਾਹੁੰਦੇ ਹੋਣਗੇ, ਸਰਵੇਖਣ ਵਗੈਰਾ ਹੁੰਦੇ ਨੇ। ਹਰ ਸੀਟ ਤੇ 10-10 ਦਾਅਵੇਦਾਰ ਕਾਂਗਰਸ ਦੇ ਹੁੰਦੇ ਨੇ। ਇਹਦਾ ਮਤਲਬ ਹੈ 130 ਲੀਡਰ ਦੋਨਾਂ ਪਾਰਟੀਆਂ ਦੇ, ਘੱਟੋ ਘੱਟ 260 ਲੀਡਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ, ਜਿਹੜੇ ਸੁਪਨਾ ਪਾਲ ਰਹੇ ਆ ਇਸ ਵੇਲੇ ਵੀ ਕਿ ਅਸੀਂ MP ਦੀ ਇਲੈਕਸ਼ਨ ਲੜ ਕੇ ਜਿੱਤ ਸਕਦੇ ਹਾਂ। ਉਹਨਾਂ ਦੇ ਸੁਪਨੇ ਹਿੱਲ ਗਏ ਜਿਵੇਂ 7 ਦਰਜੇ ਦਾ ਭੁਚਾਲ ਆਇਆ ਹੁੰਦਾ। ਹੁਣ ਉਹਨਾਂ ਨੂੰ ਚਿੰਤਾ ਇਹ ਪੈ ਗਈ ਵੀ ਜੇ ਸੀਟਾਂ ਦੀ ਵੰਡ ਕਾਂਗਰਸ ਤੇ ਆਪ 'ਚ ਹੋ ਗਈ, ਕਿਉਂਕਿ ਇਸ ਇੰਡੀਆ ਗਠਬੰਧਨ ਦਾ ਸੰਕੇਤ ਤਾਂ ਇਹੀ ਹੈ ਕਿ ਗਠਬੰਧਨ ਦਾ ਮਤਲਬ ਮਿਲ ਕੇ ਲੜੋ ਤੇ ਮੋਦੀ ਸਾਹਿਬ ਨੂੰ ਹਰਾਓ। ਹੁਣ ਜੇ ਪੰਜਾਬ ਦੀਆਂ ਤੇ ਚੰਡੀਗੜ੍ਹ 14 ਸੀਟਾਂ ਤੇ ਮਿਲ ਕੇ ਵੰਡ ਹੋ ਗਈ ਤੇ ਬਹੁਤ ਸਾਰੇ ਲੀਡਰਾਂ ਦੇ ਸੁਪਨੇ ਟੁੱਟ ਜਾਣਗੇ। ਤੇ ਕਈ ਅਜਿਹੇ ਲੀਡਰ ਕਾਂਗਰਸ ਦੇ MP ਜਿਹੜੇ ਸੁਪਨਾ ਲੁਕਵਾਂ ਜਾਂ ਪਾਲੀ ਬੈਠੇ ਨੇ ਕਿ ਅਸੀਂ ਆਪ 'ਚ ਜਾ ਕੇ ਲੜ ਲਾਂਗੇ ਤੇ ਜਿੱਤ ਜਾਾਂਗੇ, ਉਹ ਵੀ ਚਿੰਤਾ 'ਚ ਪੈ ਗਏ ਹੋਣੇ ਆ ਵੀ ਭਾਈ ਅਸੀਂ ਹੁਣ ਤੁਰੰਤ ਫੈਸਲਾ ਨਹੀਂ ਕਰਨਾ ਕਿਸੇ ਪਾਸੇ ਜਾਣ ਦਾ, ਅਸੀਂ ਕਿਤੇ ਆਪ 'ਚ ਚੱਲ ਜਾਈਏ, ਕਾਂਗਰਸ ਤੇ ਆਪ ਦਾ ਗਠਬੰਧਨ ਹੋ ਜੇ ਤੇ ਸਾਡੀ ਸੀਟ ਹੀ ਉੱਡ ਜੇ। ਇਸ ਕਰਕੇ ਬਹੁਤ ਸਾਰੇ ਘਰਾਂ 'ਚ ਕੱਲ੍ਹ 2 ਦਿਨਾਂ ਦਾ ਹਰਜੋਤ ਜੀ ਜਿਹੜਾ ਖੁਸ਼ੀਆਂ ਖੇੜਾਂ ਵਾਲਾ ਮਾਹੌਲ ਸੀ ਨਾ ਲੀਡਰਾਂ ਦੇ ਵੀ, ਲਓ ਜੀ ਆਪਾਂ ਤਾਂ MP ਬਣੇ ਆ, ਵੀ ਆਪਣੀ ਤਾਂ ਸੰਭਾਵਨਾ ਪੂਰੀ ਹੈ MP ਬਣਨ ਦੀ, ਉਹ ਚਿੰਤਾ ਦੀ ਛਾਈ ਪਈ ਆ ਉਹਨਾਂ ਦੇ ਚਿਹਰਿਆਂ ਤੇ ਵੀ ਆਹ ਕੀ ਹੋ ਗਿਆ। ਵੀ ਜੇ ਆਪ ਤੇ ਕਾਂਗਰਸ ਦੀਆਂ ਪੰਜਾਬ 'ਚ 13-13 ਸੀਟਾਂ ਤੇ ਆਪਸ 'ਚ ਵੰਡ ਹੋ ਗਈ ਤੇ ਕਿਹੜੀ ਸੀਟ ਕਿੱਥੇ ਜਾਣੀ ਹੈ ਕੀ ਪਤਾ। ਕਾਂਗਰਸ ਤੇ ਆਪ ਜੇ ਪੰਜਾਬ 'ਚ ਸੀਟਾਂ ਵੰਡਣ ਤੇ ਆ ਗਏ ਤੇ ਕਿਹੜੀ ਸੀਟ ਕੌਣ ਪਾਰਟੀ ਲੜੇਗੀ, ਆਪ ਕਿੱਥੋਂ ਲੜੇਗੀ, ਕਾਂਗਰਸ ਕਿੱਥੋਂ ਲੜੇਗੀ। ਬਹੁਤ ਸਾਰੇ ਲੀਡਰਾਂ ਦੇ ਮੱਥਿਆਂ ਤੇ ਚਿੰਤਾ ਹੈ। ਰੱਬ ਸੁੱਖ ਰੱਖੇ, ਲੀਡਰਾਂ ਨੂੰ ਹੌਸਲਾ ਦੇਵੇ, ਹਿੰਮਤ ਕਰਕੇ ਡਟੇ ਰਹਿਣ। ਕੁਝ ਨਹੀਂ ਪਤਾ ਕਿ 2024 ਦੇ ਅੰਤ ਤੱਕ, ਚੋਣਾਂ ਦੇ ਅੰਤ ਤੱਕ ਇਹ ਗਠਬੰਧਨ ਚੱਲੂ, ਕਿਤੇ ਕੋਈ ਇੱਕ ਅੱਧੀ ਪਾਰਟੀ ਵਿੱਚੋਂ ਹੀ ਨਾ ਵੱਖਰੀ ਹੋ ਜਾਏ, ਕੁਝ ਨਹੀਂ ਪਤਾ ਹੁੰਦਾ ਸਿਆਸਤ 'ਚ। ਸੋ ਇਸ ਕਰਕੇ ਇਹ ਤਰਥੱਲੀ ਤਾਂ ਹਰਜੋਤ ਜੀ ਮੱਚੀ ਹੋਈ ਹੈ। ਪਰ ਹੁਣ ਸਵਾਲ ਇਹ ਹੈ ਕਿ ਜਦੋਂ ਇਹ 11 ਮੈਂਬਰੀ ਕਮੇਟੀ ਬਣਦੀ ਮੁੰਬਈ ਦੀ ਮੀਟਿੰਗ ਤੋਂ ਬਾਅਦ, ਇਹਦੇ 'ਚ ਕਿਹੜੇ ਵੱਡੇ ਲੀਡਰ ਕਿਹੜੀਆਂ ਪਾਰਟੀਆਂ ਦੇ ਪੈਂਦੇ ਆ, ਉਸ ਤੋਂ ਬਾਅਦ ਅਗਲੀ ਰਣਨੀਤੀ ਸਾਨੂੰ ਨਜ਼ਰ ਆਏਗੀ। ਪਰ ਪੰਜਾਬ 'ਚ ਬਹੁਤ ਸਾਰੇ ਲੀਡਰ, ਕੱਲ੍ਹ ਮੈਂ ਕਹਿੰਦਾ ਸੁਣ ਰਿਹਾ ਸੀ, ਅਕਾਲੀ ਦਲ ਵਾਲੇ ਤਾਂ ਤੰਜ ਕੱਸਣ ਲੱਗ ਗਏ। ਅਰਸ਼ਦੀਪ ਕਲੇਰ ਸਾਹਿਬ ਕਹਿੰਦੇ ਅਕਾਲੀ ਦਲ ਦੇ ਬੁਲਾਰੇ ਨੇ, ਉਹ ਕਹਿੰਦੇ ਆਪ ਤੇ ਕਾਂਗਰਸ ਦਾ ਗੁਪਤ ਸਮਝੌਤਾ ਹੀ ਉਜਾਗਰ ਹੋ ਗਿਆ। ਕਹਿੰਦੇ ਮੈਂ ਮਲਵਿੰਦਰ ਸਿੰਘ ਕੰਗ ਉਹਨਾਂ ਨੂੰ ਸੁਣਿਆ, ਜਿਹੜੇ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ, ਕਿਸੇ ਸਮੇਂ BJP ਦੇ ਲੀਡਰ ਸੀ, ਆਮ ਆਦਮੀ ਪਾਰਟੀ 'ਚ ਆਏ ਸੀ। ਉਹ ਕਹਿੰਦੇ ਸੰਵਿਧਾਨ ਦੇ ਖਿਲਾਫ ਅਸੀਂ ਸਾਰੇ ਇਕੱਠੇ ਹੋਏ ਹਾਂ, ਪਰ ਸੀਟਾਂ ਦੀ ਵੰਡ ਤੇ ਉਹਨਾਂ ਨੇ ਕੁਝ ਬੋਲਿਆ ਨਹੀਂ। ਉਹ ਕਹਿੰਦੇ ਹਜੇ ਤਾਂ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਤਾਂ ਕਿ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕਰੀਏ। ਸੋ ਹੌਲੀ ਹੌਲੀ ਇਹ ਵੀ ਗੱਲਾਂ ਸਾਫ਼ ਹੁੰਦੀਆਂ ਜਾਣਗੀਆਂ। ਕਿਤੇ ਨਾ ਕਿਤੇ ਪਾਰਟੀਆਂ 'ਚ ਅੰਦਰੂਨੀ ਤੌਰ 'ਤੇ
ਚਰਚਾਵਾਂ ਜ਼ਰੂਰ ਸ਼ੁਰੂ ਹੋ ਗਈਆਂ ਹੋਣਗੀਆਂ। ਇੱਕ ਤਰੀਕੇ ਨਾਲ ਜਿਹੜੀਆਂ ਦੋ ਹਾਈ ਕਮਾਂਡ ਨੇ, ਇੱਕ ਤਾਂ ਕਾਂਗਰਸ ਦੀ ਹਾਈ ਕਮਾਂਡ, ਇੱਕ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ, ਸੂਬਾ ਇਕਾਈਆਂ ਨੂੰ ਦੋਨਾਂ ਨੇ ਝਟਕਾ ਦਿੱਤਾ, ਕਿਉਂਕਿ ਪੰਜਾਬ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਦੂਜੇ ਦੇ ਕੱਟੜ ਸਿਆਸੀ ਦੁਸ਼ਮਣ ਬਣੇ ਬੈਠੇ ਨੇ। ਆਪ ਵਾਲੇ ਕਾਂਗਰਸ ਨੂੰ ਦੇਖ ਕੇ ਰਾਜੀ ਨਹੀਂ ਸਿਆਸੀ ਤੌਰ ਤੇ ਪੰਜਾਬ 'ਚ ਕਾਂਗਰਸ ਵਾਲੇ ਆਪ ਨੂੰ ਸਿਆਸੀ ਤੌਰ ਤੇ ਦੇਖ ਕੇ ਰਾਜੀ ਨਹੀਂ। ਪ੍ਰਤਾਪ ਬਾਜਵਾ ਜੀ ਮੈਂ ਸੁਣ ਰਿਹਾ ਸੀ ਇੱਕ ਟੀਵੀ ਤੇ, ਉਹ ਹਜੇ ਵੀ ਨਹੀਂ ਮੰਨ ਰਹੇ। ਉਹ ਕਹਿੰਦੇ ਸਿਰਫ ਆਰਡੀਨੈਂਸ ਤੇ ਸਮਰਥਨ ਹੈ। ਕਹਿੰਦੇ ਪ੍ਰਤਾਪ ਬਾਜਵਾ ਜੀ ਦੇਖੋ ਬੜੇ ਸਿਆਣੇ ਲੀਡਰ ਨੇ, ਵਿਰੋਧੀ ਧਿਰ ਦੇ ਆਗੂ ਨੇ, ਬੜਾ ਸਤਿਕਾਰ ਉਹਨਾਂ ਦਾ ਕਰਦੇ ਹਾਂ, ਬਹੁਤ ਵਿਧਾਨ ਸਭਾ 'ਚ ਚੰਗੀ ਭੂਮਿਕਾ ਅਦਾ ਕਰਦੇ ਨੇ, ਪਰ ਕਾਂਗਰਸ ਦੀ ਹਾਈ ਕਮਾਂਡ ਨੇ ਗੱਲ ਮੰਨੀ ਨਹੀਂ ਪ੍ਰਤਾਪ ਸਿੰਘ ਬਾਜਵਾ ਦੀ ਵੀ। ਇਹ ਪਾਰਟੀ ਦੇ ਹਾਈ ਕਮਾਂਡ ਦੇ ਫੈਸਲੇ ਹੁੰਦੇ, ਪਰ ਪ੍ਰਤਾਪ ਬਾਜਵਾ ਜੀ ਕਹਿ ਰਹੇ ਨੇ ਕਿ ਸਮਝੌਤਾ ਸਿਰਫ ਆਰਡੀਨੈਂਸ ਕਰਕੇ ਆ। ਮੈਨੂੰ ਲੱਗਦਾ ਦਿਲ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਤਾਪ ਬਾਜਵਾ ਜੀ, ਕਾਫੀ ਜ਼ਿਆਦਾ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੋਣੀ ਹੈ। ਅਸਲ 'ਚ ਪੋਲੀਟੀਕਲ ਪਾਰਟੀਆਂ ਦੀਆਂ ਜਿਹੜੀਆਂ ਹਾਈ ਕਮਾਂਡਸ ਨੇ ਉਹ ਸੂਬਾਈ ਇਕਾਈਆਂ ਨੂੰ ਬਹੁਤੀ ਤਵੱਜੋ ਕਈ ਮੁੱਦਿਆਂ ਤੇ ਨਹੀਂ ਦਿੰਦੀਆਂ। ਕਾਂਗਰਸ ਦੇ ਉੱਤੇ ਵੀ ਇਸ ਵਕਤ ਇਹ ਸਵਾਲ ਤਾਂ ਬਣਦਾ, ਕਿਉਂਕਿ ਪੰਜਾਬ ਕਾਂਗਰਸ ਦੇ ਵੱਡੇ ਵੱਡੇ ਲੀਡਰ ਕਹਿ ਰਹੇ ਸੀ ਕਿ ਆਪ ਨੂੰ ਸਮਰਥਨ ਨਹੀਂ ਦੇਣਾ, ਪਰ ਦੇ ਦਿੱਤਾ ਗਿਆ ਸਮਰਥਨ। ਇਸ ਕਰਕੇ ਦਿਲ ਤਾਂ ਕਈ ਵਿਰੋਧੀ ਧਿਰ 'ਚ ਜਿਹੜੇ ਸਾਡੇ ਕਾਂਗਰਸੀ ਲੀਡਰ ਨੇ ਉਹਨਾਂ ਦੇ ਵੀ ਟੁੱਟੇ ਨੇ, ਤੇ ਦਿਲ ਕਈ ਆਪ ਵਾਲਿਆਂ ਦੇ ਵੀ ਟੁੱਟੇ ਹੋਣਗੇ ਵੀ ਆਹ ਕੀ ਹੋ ਗਿਆ। ਬਾਕੀ ਵੇਖਦੇ ਹਾਂ ਹਰਜੋਤ ਜੀ, ਅੱਗੇ ਬਹੁਤ ਕੁਝ ਹਜੇ ਹੋਣਾ। ਡੱਲਾ ਜੀ, ਆਪਾਂ ਇਸ ਗਠਬੰਧਨ ਨੂੰ ਪੰਜਾਬ ਦੀ ਸਿਆਸਤ ਨਾਲ ਜੇਕਰ ਜੋੜ ਕੇ ਵੇਖੀਏ ਤਾਂ ਇਸ ਗਠਬੰਧਨ ਦਾ ਪੰਜਾਬ ਦੀ ਸਿਆਸਤ ਤੇ ਕਿਸ ਤਰ੍ਹਾਂ ਦਾ ਫਰਕ ਪੈਂਦਾ ਨਜ਼ਰ ਆਉਂਦਾ। ਖਾਸ ਤੌਰ ਤੇ ਆਪਾਂ ਗੱਲ ਕਰੀਏ 2024 ਦੇ ਨਤੀਜਿਆਂ ਦੀ, ਤਾਂ 2024 ਦੇ ਨਤੀਜਿਆਂ ਤੇ ਕਿਸ ਤਰ੍ਹਾਂ ਦਾ ਫਰਕ ਪਏਗਾ, ਤੇ ਦੂਜਾ ਕੀ ਕਿਸੇ ਤਰ੍ਹਾਂ ਦਾ ਹੁਣ ਸਿਆਸੀ ਦਬਾਅ ਜ਼ਰੂਰ ਪੰਜਾਬ ਦੇ ਵਿੱਚ ਬਣਦਾ ਨਜ਼ਰ ਆ ਰਿਹਾ, ਤੇ ਇਸ ਦਬਾਅ ਦੇ ਸਰੂਪ ਅਕਾਲੀ ਦਲ ਅਤੇ ਬੀਜੇਪੀ ਕੀ ਇਕਜੁੱਟ ਹੋ ਸਕਦੇ ਨੇ? ਕੀ ਅਜਿਹੀਆਂ ਸਿਆਸੀ ਸੰਭਾਵਨਾਵਾਂ ਬਣਦੀਆਂ ਪੰਜਾਬ ਦੇ ਵਿੱਚ ਨਜ਼ਰ ਆ ਰਹੀਆਂ ਨੇ? ਇਸ ਦੇ ਉੱਪਰ ਵੀ ਗੱਲ ਜ਼ਰੂਰ ਕਰਨਾ ਚਾਹਾਂਗੇ, ਕਿਉਂਕਿ ਜੇਕਰ ਵਿਰੋਧੀਆਂ ਦਾ ਮਹਾ ਗਠਬੰਧਨ 2024 ਦੀ ਦਹਲੀਜ਼ ਤੇ ਪਹੁੰਚ ਜਾਵੇ, ਉਸ ਸੂਰਤ ਦੇ ਵਿੱਚ ਕਿਸ ਤਰੀਕੇ ਨਾਲ ਪੰਜਾਬ ਦੀ ਜੋ ਸਿਆਸੀ ਤਸਵੀਰ ਹੈ ਇਸ ਨੂੰ ਸਮਝਿਆ ਜਾ ਸਕਦਾ ਹੈ? ਹਰਜੋਤ ਜੀ, ਬਹੁਤ ਹੀ ਅਹਿਮ ਸਵਾਲ ਹੈ ਤੁਹਾਡਾ ਕਿ ਅਗਰ ਇਹ ਵਿਰੋਧੀ ਧਿਰਾਂ ਦਾ ਇੰਡੀਆ ਗਠਬੰਧਨ ਅਗਰ 2024 ਦੀ ਆਖਰੀ ਦਹਲੀਜ਼ ਤੱਕ ਪਹੁੰਚ ਜਾਂਦਾ, ਮਤਲਬ ਕਿ ਚੋਣਾਂ ਮਿਲ ਕੇ ਲੜਨ ਦਾ ਕੰਮ ਅਮਲੀ ਰੂਪ 'ਚ ਆ ਜਾਂਦਾ ਹੈ, ਮਤਲਬ ਕਿ ਆਪ ਤੇ ਕਾਂਗਰਸ 'ਚ ਸੀਟਾਂ ਦੀ ਵੰਡ ਹੋ ਜਾਂਦੀ ਹੈ ਤੇ ਦੋਵੇਂ ਇਕੱਠੇ ਚੋਣਾਂ 'ਚ ਉਤਰ ਜਾਂਦੇ ਨੇ। ਦੇਖੋ ਅਜਿਹੇ ਹਾਲਾਤਾਂ ਦੇ ਵਿੱਚ ਮੈਂ ਮਹਿਸੂਸ ਕਰਦਾ ਜੋ ਸਥਿਤੀ ਹੈ ਪੰਜਾਬ ਦੀ, ਅਗਰ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਜਾਂਦੇ ਨੇ ਤੇ ਫਿਰ ਬਹੁਤ ਵੱਡਾ ਦਬਾਅ ਅਕਾਲੀ ਦਲ ਤੇ ਬੀਜੇਪੀ ਤੇ ਹੋਊਗਾ ਇਕੱਠੇ ਹੋਣ ਦੇ, ਕਿਉਂਕਿ ਅਗਰ ਅਕਾਲੀ ਦਲ ਵੀ ਵੱਖਰਾ ਰਹਿੰਦਾ ਹੈ, ਬੀਜੇਪੀ ਵੀ ਵੱਖਰੀ ਰਹਿੰਦੀ ਹੈ, ਕਾਂਗਰਸ ਤੇ ਆਪ ਇਕੱਠੇ ਹੋ ਜਾਂਦੇ ਨੇ, ਤੇ ਮੈਨੂੰ ਇਹ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈ ਕਿ 13 ਦੀਆਂ 13 ਸੀਟਾਂ ਪੰਜਾਬ 'ਚ ਇਹ ਗਠਬੰਧਨ ਜਿੱਤ ਸਕਦਾ ਹੈ, ਸਮੇਤ ਚੰਡੀਗੜ੍ਹ 14ਵੀਂ ਸੀਟ, ਤੇ ਫਿਰ ਦਿੱਲੀ ਵੀ ਇਸ ਗਠਬੰਧਨ ਕੋਲੇ ਹੈ, ਤੇ ਹਰਿਆਣੇ 'ਚ ਵੀ ਫਿਰ ਬਹੁਤ ਵੱਡੀ ਜਿੱਤ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਲੈ ਸਕਦੇ ਨੇ। ਸੋ ਇਸ ਕਰਕੇ ਮੈਂ ਅੱਗੇ ਵੀ ਕਹਿ ਰਿਹਾ ਕਿ ਜਿਹੜਾ ਇਹ ਵਿਰੋਧੀ ਧਿਰਾਂ ਦਾ ਗਠਬੰਧਨ ਬਣਿਆ, ਇਹਨੂੰ ਉੱਤਰ ਭਾਰਤ ਦੇ ਵਿੱਚ ਹਲਕੇ ਦੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਹਿਮਾਚਲ 'ਚ ਪਹਿਲਾਂ ਹੀ 4 ਸੀਟਾਂ ਕਾਂਗਰਸ ਦੀਆਂ ਨੇ, ਜੇ ਆਪ ਵਾਲੇ ਵੀ ਨਾਲ ਆ ਗਏ ਤੇ ਬੀਜੇਪੀ ਲਈ ਬਹੁਤ ਵੱਡੀ ਚੁਣੌਤੀ ਹੈ। ਦਿੱਲੀ 'ਚ ਆਪ ਔਰ ਕਾਂਗਰਸ ਇਕੱਠੇ ਹੋ ਗਏ ਤੇ ਫਿਰ ਇਸ ਵਾਰ ਨਰਿੰਦਰ ਮੋਦੀ ਹੋਣਾ ਲਈ ਬੜਾ ਚੁਣੌਤੀ ਵਾਲਾ ਸਮਾਂ ਦਿੱਲੀ 'ਚ ਵੀ ਆ ਜਾਣਾ ਹੈ। ਰਾਜਸਥਾਨ 'ਚ ਵੀ ਇਹੀ ਸਥਿਤੀ ਬਣਨੀ ਹੈ। ਸੋ 40-48 ਦੇ ਕਰੀਬ ਸੀਟਾਂ ਰਾਜਸਥਾਨ ਦੇ ਵਿੱਚ ਵੀ ਨੇ, ਮੈਨੂੰ ਮੁਕੰਮਲ ਯਾਦ ਨਹੀਂ। ਕਰਨਾਟਕਾ 'ਚ 48 ਨੇ। ਹੁਣ ਕਰਨਾਟਕਾ 'ਚ ਕਾਂਗਰਸ ਤੇ ਆਪ ਇਕੱਠੇ ਹੋ ਗਏ ਤੇ ਬਹੁਤ, ਔਰ ਗੁਜਰਾਤ 'ਚ 13% ਦੇ ਕਰੀਬ ਵੋਟ ਫੀਸਦ ਕੇਜਰੀਵਾਲ ਨੇ ਲਿਆ, ਔਰ ਅਗਰ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੁੰਦੇ ਨੇ ਤੇ ਫਿਰ ਬੀਜੇਪੀ ਲਈ ਬਹੁਤ ਵੱਡਾ ਚੈਲੰਜ ਹੈ। ਸੋ 4, 5, 6, 7 ਸੂਬਿਆਂ ਦੀ ਸਿਆਸਤ ਕਾਂਗਰਸ ਤੇ ਆਪ ਨੇ ਇਕੱਲਿਆਂ ਨੇ ਹਿਲਾ ਦੇਣੀ। ਸੋ ਜਿੱਥੇ ਤੱਕ ਪੰਜਾਬ ਦੀ ਗੱਲ ਹੈ, ਅਗਰ ਦਹਲੀਜ਼ ਤੱਕ ਆ ਗਿਆ ਇਹ ਗਠਬੰਧਨ ਤੇ ਪੰਜਾਬ ਦੀਆਂ ਚੰਡੀਗੜ੍ਹ ਪਾ ਕੇ 14 ਸੀਟਾਂ ਤੇ ਬੀਜੇਪੀ ਔਰ ਅਕਾਲੀ ਦਲ ਲਈ ਬਹੁਤ ਵੱਡਾ ਖਤਰਾ ਹੈ। ਸੋ ਮੈਨੂੰ ਇਹ ਲੱਗਦਾ ਹਰਜੋਤ ਜੀ ਕਿ ਬੀਜੇਪੀ ਵੀ ਇਹ ਮਹਿਸੂਸ ਕਰੇਗੀ ਕਿ ਜਿਸ ਤਰ੍ਹਾਂ ਨਾਲ ਇਹ ਇੰਡੀਆ ਗਠਬੰਧਨ ਬਣ ਗਿਆ, ਬੀਜੇਪੀ ਨੂੰ ਉਮੀਦ ਨਹੀਂ ਹੋਣੀ ਕਿ ਇਸ ਰੂਪ 'ਚ ਪ੍ਰਭਾਵੀ ਹੋ ਸਕਦਾ ਹੈ। ਅੱਜ ਆਮ ਆਦਮੀ ਪਾਰਟੀ ਦਾ ਪੰਜਾਬ, ਹਰਿਆਣਾ ਤੇ ਦਿੱਲੀ 'ਚ ਪੂਰਾ ਅਸਰ ਹੈ ਤੇ ਗੁਜਰਾਤ ਦੇ ਵਿੱਚ ਵੀ ਪੂਰਾ ਅਸਰ ਹੈ।
ਰਾਜਸਥਾਨ 'ਚ ਪ੍ਰਭਾਵ ਹੈ, ਕਰਨਾਟਕਾ 'ਚ ਪ੍ਰਭਾਵ ਹੈ। ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਮ ਆਦਮੀ ਪਾਰਟੀ ਦਾ ਪ੍ਰਭਾਵ ਤਾਂ ਰਹੇਗਾ। ਇਸ ਇੰਡੀਆ ਗਠਬੰਧਨ 'ਚ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਵੀ ਹੋਰ ਤਕੜੀ ਹੋਏਗੀ। ਹਜੇ ਸਿਰਫ ਇੱਕ ਮੈਂਬਰ ਪਾਰਲੀਮੈਂਟ ਹੈ। ਆਪ ਦੀਆਂ ਸੀਟਾਂ ਲੋਕ ਸਭਾ 'ਚ ਵਧਣਗੀਆਂ ਇਸ ਇੰਡੀਆ ਗਠਬੰਧਨ ਦਾ ਸਾਥ ਮਿਲਣ ਦੇ ਨਾਲ। ਉਂਝ ਦੇਖਿਆ ਜਾਵੇ ਤੇ ਪਿਛਲੇ ਲਗਭਗ 1 ਸਾਲ ਤੋਂ ਇਹ ਪਲੈਨਿੰਗ ਜ਼ਰੂਰ ਸੀ ਆਮ ਆਦਮੀ ਪਾਰਟੀ ਦੀ ਕਿ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਬਣਾਇਆ ਜਾਵੇ। ਅਗਰ 2024 'ਚ ਪ੍ਰਧਾਨ ਮੰਤਰੀ ਦਾ ਚਿਹਰਾ ਨਤੀਜਿਆਂ ਤੋਂ ਬਾਅਦ ਤੈਅ ਕਰਨ ਦੀ ਵਾਰੀ ਆਉਂਦੀ ਹੈ ਤੇ ਫਿਰ ਅਰਵਿੰਦ ਕੇਜਰੀਵਾਲ ਵੀ ਉਸ ਦੌੜ 'ਚ ਬਰਕਰਾਰ ਰਹਿ ਸਕਦੇ ਨੇ ਜਿੱਥੇ ਪ੍ਰਧਾਨ ਮੰਤਰੀ ਬਣਾਉਣਾ ਹੈ। ਅਗਰ ਇੰਡੀਆ ਗਠਬੰਧਨ ਚੋਣਾਂ ਤੋਂ ਪਹਿਲਾਂ 24 ਤੋਂ ਪਹਿਲਾਂ ਆਪਣੇ ਪ੍ਰਧਾਨ ਮੰਤਰੀ ਦਾ ਚਿਹਰਾ ਪੇਸ਼ ਨਹੀਂ ਕਰਦਾ ਤੇ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਚੁਣਿਆ ਜਾਣਾ ਹੈ ਤੇ ਫਿਰ ਇਹ ਵੀ ਦੇਖਿਆ ਜਾਏਗਾ ਕਿ ਆਮ ਆਦਮੀ ਪਾਰਟੀ ਕਿੰਨੀਆਂ ਲੋਕ ਸਭਾ ਸੀਟਾਂ ਜਿੱਤ ਕੇ ਲਿਆਉਂਦੀ ਹੈ, ਕਾਂਗਰਸ ਕਿੰਨੀਆਂ, ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਕਿੰਨੀਆਂ, ਫਿਰ ਬਹੁਤ ਕੁਝ ਦੇਖਿਆ ਜਾਣਾ। ਔਰ ਮੈਨੂੰ ਇਹ ਲੱਗਦਾ ਕਿ ਅਗਰ ਇੰਡੀਆ ਗਠਬੰਧਨ ਦੀ ਸਰਕਾਰ ਬਣਦੀ ਹੈ ਤੇ ਫਾਰਮੂਲੇ ਬਦਲ ਜਾਣੇ ਨੇ। ਇੱਕ ਪ੍ਰਧਾਨ ਮੰਤਰੀ ਤੇ ਨਾਲ ਘੱਟੋ ਘੱਟ 2 ਉਪ ਪ੍ਰਧਾਨ ਮੰਤਰੀ ਵੀ ਲੱਗ ਸਕਦੇ ਨੇ ਇੰਡੀਆ ਗਠਬੰਧਨ 'ਚ। ਇਹ ਮੈਂ ਅੱਜ ਹੀ ਗੱਲ ਕਰਨ ਲੱਗਿਆ ਹਰਜੋਤ ਜੀ। ਸੋ ਜਦੋਂ ਗਠਬੰਧਨਾਂ ਦੀ ਸਰਕਾਰ ਬਣਦੀ ਹੈ ਤੇ ਉਪ ਪ੍ਰਧਾਨ ਮੰਤਰੀ ਆਪਣੇ ਆਪ ਨਿਕਲੇ ਆਉਂਦੇ ਨੇ ਤਾਂ ਕਿ ਸੱਤਾ ਦਾ ਸੰਤੁਲਨ ਬਣਿਆ ਰਹੇ। ਸੋ ਫਿਰ ਕੋਈ ਵੀ ਚਿਹਰਾ ਪ੍ਰਧਾਨ ਮੰਤਰੀ ਦੀ ਦੌੜ 'ਚ ਆ ਸਕਦਾ। ਪਰ ਮੇਰਾ ਇਹ ਸਪਸ਼ਟ ਮੰਨਣਾ ਹੈ ਹਰਜੋਤ ਜੀ ਕਿ ਅਕਾਲੀ ਦਲ ਔਰ ਭਾਜਪਾ ਦਾ ਗਠਬੰਧਨ ਹੋਏਗਾ। ਬਹੁਤ ਵੱਡੀ ਸੰਭਾਵਨਾ ਹੈ ਕਿਉਂਕਿ ਪੰਜਾਬ ਦੀਆਂ 13 ਸੀਟਾਂ ਤੇ 14 ਸੀਟਾਂ ਤੇ ਚੰਡੀਗੜ੍ਹ ਪਾ ਕੇ ਜੇ ਮੁਕਾਬਲਾ ਕਰਨਾ ਹੈ ਆਪ ਔਰ ਕਾਂਗਰਸ ਦਾ ਤੇ ਗਠਬੰਧਨ ਇਹਨਾਂ ਨੂੰ ਬਣਾਉਣਾ ਪੈਣਾ ਹੈ, ਨਹੀਂ ਤਾਂ ਬਹੁਤ ਔਖਾ ਹੈ ਇਹਨਾਂ ਦੇ ਲਈ ਪੰਜਾਬ ਦੀਆਂ ਸੀਟਾਂ। ਹੁਣ ਗੁਰਦਾਸਪੁਰ ਦੀ ਸੀਟ ਕਿਵੇਂ ਬਚ ਜੂ? ਸਨੀ ਦਿਓਲ ਨੇ ਕੰਮ ਹੀ ਉੱਥੇ ਇੰਨੇ ਜ਼ਿਆਦਾ ਨਹੀਂ ਕੀਤੇ। ਸਨੀ ਦਿਓਲ ਆਏ ਬਹੁਤ ਘੱਟ ਹੈ। ਆ ਭੰਗੜਾ ਪਾਉਂਦੇ ਦੀ ਸਨੀ ਦਿਓਲ ਦੀ ਵੀਡੀਓ ਜ਼ਰੂਰ ਵਾਇਰਲ ਹੋਈ ਹੈ। ਉਹਨਾਂ ਦੇ ਪਰਿਵਾਰ 'ਚ ਕਿਸੇ ਦਾ ਵਿਆਹ ਸੀ, ਚੰਗੀ ਗੱਲ ਹੈ। ਪਰ ਗੁਰਦਾਸਪੁਰ ਨਹੀਂ ਕਦੀ ਸਨੀ ਦਿਓਲ ਨੇ ਉਨੇ ਗੇੜੇ ਲਾਏ ਜਿੰਨੇ ਲਾਉਣੇ ਚਾਹੀਦੇ ਸੀ। ਸੋ ਬੀਜੇਪੀ ਅਸ਼ਵਨੀ ਸੇਖੜੀ ਨੂੰ ਲੈ ਗਈ ਕਿਉਂਕਿ ਉਹ ਬਟਾਲੇ ਦੇ ਨੇ, ਗੁਰਦਾਸਪੁਰ ਜ਼ਿਲ੍ਹੇ 'ਚ ਨੇ। ਬੀਜੇਪੀ ਦੀ ਕੋਸ਼ਿਸ਼ ਹੈ ਜਿਹੜੀਆਂ ਸੀਟਾਂ ਸਾਡੇ ਕੋਲੇ ਪਹਿਲਾਂ ਨੇ ਘੱਟੋ ਘੱਟ ਉਹ ਤਾਂ ਬਚਾ ਲਈਏ, ਨਵੀਆਂ ਤੇ ਫੇਰ ਜਾਵਾਂਗੇ। ਸੋ ਜਾਖੜ ਸਾਹਿਬ ਨੂੰ ਸਨੀ ਦਿਓਲ ਨੇ ਹਰਾਇਆ ਸੀ ਤੇ ਹੁਣ ਜਾਖੜ ਸਾਹਿਬ ਹੀ ਬੀਜੇਪੀ ਦੇ ਉਮੀਦਵਾਰ ਬਣ ਗਏ। ਗੁਰਦਾਸਪੁਰ ਬੜਾ ਔਖਾ ਬੀਜੇਪੀ ਲਈ। ਪੁਰੀ ਸਾਹਿਬ ਨੇ ਅੰਮ੍ਰਿਤਸਰ 'ਚ ਕੋਈ ਐਡੇ ਵੱਡੇ ਕੰਮ ਨਹੀਂ ਕੀਤੇ ਕਿ ਉਹ ਇਸ ਵਾਰ ਬੜੀ ਆਸਾਨੀ ਨਾਲ ਜਿੱਤ ਜਾਣ। ਨਵਜੋਤ ਸਿੰਘ ਸਿੱਧੂ ਦੇ ਬੀਜੇਪੀ ਛੱਡਣ ਤੋਂ ਬਾਅਦ ਬੀਜੇਪੀ ਜਿੱਤ ਹੀ ਨਹੀਂ ਸਕੀ ਅੰਮ੍ਰਿਤਸਰ ਸਾਹਿਬ ਤੋਂ। ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਜੀ ਜ਼ਰੂਰ ਜਿੱਤੇ। ਹੁਣ ਵੇਖਦੇ ਹਾਂ ਕੀ ਸਮੀਕਰਨ ਬਣਦੇ ਨੇ। ਕਹਿੰਦੇ ਵਿਜੇ ਸਾਂਪਲਾ ਜੀ ਨੇ ਵੀ ਅਸਤੀਫਾ ਦੇਤਾ, ਉਹਨਾਂ ਨੂੰ ਵੀ ਕੋਈ ਜ਼ਿੰਮੇਵਾਰੀ ਮਿਲ ਸਕਦੀ ਹੈ। MP ਦੀ ਚੋਣ ਵੀ ਉਹਨਾਂ ਨੂੰ ਲੜਾਈ ਜਾ ਸਕਦੀ ਹੈ। ਮੈਨੂੰ ਲੱਗਦਾ ਇਸ ਵਾਰ ਉਹਨਾਂ ਨੂੰ ਜਲੰਧਰ ਵਾਲੇ ਪਾਸਿਓਂ ਵੀ ਅਜ਼ਮਾਇਆ ਜਾ ਸਕਦਾ, ਮੈਨੂੰ ਲੱਗਦਾ। ਉਂਝ ਤਾਂ ਚਰਨਜੀਤ ਸਿੰਘ ਅਟਵਾਲ ਉਹਨਾਂ ਦੇ ਪੁੱਤਰ ਬਹੁਤ ਮਿਹਨਤ ਕਰ ਰਹੇ ਨੇ, ਰਿੰਕੂ ਅਟਵਾਲ। ਸੋ ਉਮੀਦਵਾਰ ਹਾਲੇ ਬੜਾ ਸਮਾਂ, ਉਮੀਦਵਾਰ ਹੋਰ ਕਈ ਉੱਥੇ ਬਹੁਤ ਚੰਗਾ ਕੰਮ ਕਰਦੇ ਨੇ ਜਿਹੜੇ ਪਹਿਲਾਂ ਕਮਿਸ਼ਨ ਦੇ ਮੈਂਬਰ ਵੀ ਰਹੇ ਨੇ ਜਲੰਧਰ 'ਚ, ਉਹ ਵੀ ਬਹੁਤ ਮਿਹਨਤ ਕਰ ਰਹੇ ਨੇ। ਨਾਮ ਮੇਰੇ ਜ਼ਿਹਨ 'ਚੋਂ ਉਹਨਾਂ ਦਾ ਇਸ ਵਕਤ ਨਹੀਂ ਆ ਰਿਹਾ। ਬਾਘਾ ਸਾਹਿਬ, ਰਜੇਸ਼ ਬਾਘਾ ਸਾਹਿਬ, ਉਹ ਵੀ ਬਹੁਤ ਸਖਤ ਮਿਹਨਤ ਕਰ ਰਹੇ ਨੇ, ਪੂਰਾ ਦਾਅਵੇਦਾਰ ਨੇ ਉਹ ਵੀ। ਹੁਣ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਭਾਜਪਾ ਦਾ ਗਠਬੰਧਨ ਹੋਣ ਦੀ ਦਿਸ਼ਾ 'ਚ ਗੱਲ ਅੱਗੇ ਵਧੇਗੀ। ਜੇ ਕਿਤੇ ਬਹੁਜਨ ਸਮਾਜ ਪਾਰਟੀ ਨੇ ਵੀ ਕਿਸੇ ਧਿਰ ਨਾਲ ਗਠਬੰਧਨ ਕਰ ਲਿਆ ਤੇ ਸਮੀਕਰਨ ਹੋਰ ਬਦਲ ਜਾਣਗੇ। ਬਾਕੀ ਵੇਖਦੇ ਹਾਂ ਹਰਜੋਤ ਜੀ ਕੀ ਬਣਦਾ। ਡੱਲਾ ਜੀ, ਆਪਾਂ ਵਿਰੋਧੀ ਧਿਰਾਂ ਦੇ ਇਸ ਗਠਬੰਧਨ ਦੀ ਤਾਂ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਆਪਾਂ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਕਾਂਗਰਸ ਦੀ, ਤਾਂ ਕਾਂਗਰਸ ਦੇ ਵਿੱਚ ਲਗਾਤਾਰ ਟੁੱਟ ਹੋ ਰਹੀ ਹੈ। ਆਪਾਂ ਗੱਲ ਕਰੀਏ ਅਸ਼ਵਨੀ ਸੇਖੜੀ ਜੋ ਕਿ ਕਾਂਗਰਸ ਤੋਂ ਕੁਝ ਦਿਨ ਪਹਿਲਾਂ ਹੀ ਚਲੇ ਗਏ ਨੇ। ਹਾਲਾਂਕਿ ਚਰਚਾਵਾਂ ਇਹ ਨੇ ਕਿ ਉਹ ਸੁਨੀਲ ਜਾਖੜ ਦੇ ਨਾਲ ਜਾ ਸਕਦੇ ਨੇ, ਪਰ
ਆਉਂਦੇ ਸਮੇਂ ਦੇ ਵਿੱਚ ਹੋਰ ਸੰਭਾਵਨਾਵਾਂ ਨੇ ਕਿ ਹਲੇ ਹੋਰ ਵੀ ਕਈ ਨਾਮ ਜੋ ਹੈ ਇਸ ਟੁੱਟ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਕਾਂਗਰਸ ਦੇ ਨਾਲ ਅਕਾਲੀ ਦਲ ਤੋਂ ਵੀ। ਸੋ ਜੇਕਰ ਆਪਾਂ ਗੱਲ ਕਰੀਏ, ਇਹ ਜਿਹੜੀ ਇੱਕ ਅਲੱਗ ਤਰ੍ਹਾਂ ਦੀ ਸਿਆਸਤ ਵੀ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ। ਇਹਨਾਂ ਸਥਿਤੀਆਂ ਦਾ ਸਭ ਤੋਂ ਵੱਧ ਫਾਇਦਾ ਕਿਸ ਨੂੰ ਨਜ਼ਰ ਆ ਰਿਹਾ ਹੈ, ਕਾਂਗਰਸ ਨੂੰ ਜਾਂ ਬੀਜੇਪੀ ਨੂੰ? ਇਸ ਸਭ ਤੇ ਤੁਸੀਂ ਕੀ ਕਹਿਣਾ ਚਾਹੋਗੇ? ਹਰਜੋਤ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ, ਟੁੱਟ ਤੋਂ ਭਾਵ ਉਹ ਲੀਡਰ ਜਿਹੜੇ ਟੁੱਟ ਕੇ ਚਲੇ ਜਾਂਦੇ ਨੇ। ਲੀਡਰ ਕਾਬਲ ਨੇ, ਉਹਨਾਂ ਦੀ ਕਾਬਲੀਅਤ ਤੇ ਕਿਸੇ ਤਰ੍ਹਾਂ ਦਾ ਸਵਾਲ ਨਹੀਂ, ਉਹ ਗੱਲ ਵੱਖਰੀ ਹੈ ਕਿ ਕਿਸੇ ਸਮੇਂ ਇਹ ਲੀਡਰ ਮੰਤਰੀ ਵੀ ਹੋ ਸਕਦੇ ਨੇ, ਕਿਸੇ ਸਮੇਂ ਵਿਧਾਇਕ ਵੀ ਹੋ ਸਕਦੇ ਨੇ। ਫਿਰ ਮੈਂ ਉਹ ਵੀ ਗੱਲ ਕਹੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਸਾਰੇ ਲੀਡਰ ਹਮੇਸ਼ਾ ਹੀ ਵਿਧਾਇਕ ਬਣਨ। ਕਈ ਲੀਡਰ ਇੱਕ ਅੱਧੀ ਵਾਰੀ ਵਿਧਾਇਕ ਬਣਦੇ, ਇੱਕ ਅੱਧੀ ਵਾਰੀ MP ਬਣਦੇ, ਮੁੜ ਕੇ ਦਾ ਹੀ ਨਹੀਂ ਲੱਗਦਾ, ਕਿਉਂਕਿ ਉਹ ਲਹਿਰ 'ਚ ਬਣੇ ਹੁੰਦੇ ਨੇ। ਜਿਹਨੂੰ ਸਿਆਣੇ ਕਹਿੰਦੇ ਨੇ ਦਾ ਲੱਗਣਾ, ਦਾ ਲੱਗਿਆ ਹੁੰਦਾ ਕਈ ਵਾਰੀ ਸਿਆਸੀ, ਕਈ ਵਾਰੀ ਰੱਬ ਦੀ ਬਖਸ਼ਿਸ਼ ਕਹਿ ਲਓ, ਇਹਨੂੰ ਮਿਹਰ ਕਹਿ ਲਓ, ਰੱਬ ਦੀ ਦਿਨ ਚੰਗੇ ਕਹਿ ਲਓ, ਜੋ ਮਰਜ਼ੀ ਕਹਿ ਲਓ। ਪਰ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ, ਬਹੁਤ ਸਾਰੇ ਲੀਡਰ ਨੇ ਜਿਹੜੇ ਹਜੇ ਟੁੱਟਣਗੇ। ਕਈ ਲੀਡਰ ਨੇ ਜਿਹੜੇ ਸੁਨੀਲ ਜਾਖੜ ਨਾਲ ਟੁੱਟ ਕੇ ਜਾ ਸਕਦੇ ਨੇ ਕਾਂਗਰਸ ਦੇ। ਕਈ ਸਾਬਕਾ ਵਿਧਾਇਕ ਮੇਰੇ ਜ਼ਿਹਨ 'ਚ ਨੇ, ਮੈਨੂੰ ਉੱਡਦੀਆਂ ਖਬਰਾਂ ਵੀ ਉਹਨਾਂ ਬਾਰੇ ਮਿਲ ਰਹੀਆਂ ਨੇ ਕਿ ਉਹਨਾਂ ਦੀ ਤਿਆਰੀ ਹੈ, ਬਸ ਸੋਚ ਵਿਚਾਰ 'ਚ ਨੇ, ਚਰਚਾਵਾਂ ਚੱਲ ਰਹੀਆਂ ਨੇ ਸਮਰਥਕਾਂ ਨਾਲ ਕਿ ਕੀ ਕਰੀਏ। ਸੁਨੀਲ ਜਾਖੜ ਸਾਹਿਬ ਗੇੜੇ ਤੇ ਗੇੜਾ ਦੇ ਰਹੇ ਨੇ, ਉਹ ਲੁਧਿਆਣੇ ਗੇੜਾ ਦੇ ਕੇ ਗਏ ਨੇ। ਲੁਧਿਆਣੇ 'ਚ ਵੀ ਇੱਕ ਅੱਧਾ ਸਾਬਕਾ MLA ਜ਼ਿਹਨ 'ਚ ਹੈ, ਚਰਚਾ 'ਚ ਹੈ, ਸੰਪਰਕ 'ਚ ਹੈ। ਜਾਖੜ ਸਾਹਿਬ ਦੇ ਵੀ ਨੇੜੇ ਹੈ, ਨੇੜੇ ਤੋਂ ਮਤਲਬ ਕਿ ਗੱਲਬਾਤ ਤੋਂ ਨੇੜੇ ਹੈ। ਹੁਸ਼ਿਆਰਪੁਰ, ਹਰ ਜਗ੍ਹਾ ਸੁਨੀਲ ਜਾਖੜ ਹੋਣੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ ਲੰਮਾ ਸਮਾਂ। ਸੋ ਸੁਨੀਲ ਜਾਖੜ ਦੇ ਨਾਲ ਕਾਂਗਰਸ ਦੇ ਕਈ ਲੀਡਰ ਜਾਣਗੇ। ਅਕਾਲੀ ਦਲ ਤੋਂ ਵੀ ਕਈ ਟੁੱਟਣ ਨੂੰ ਤਿਆਰ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਹੁਣ ਗੱਲ ਨਹੀਂ ਬਣਨੀ, ਇਹੀ ਮੌਕਾ ਹੈ ਸੁਨੀਲ ਜਾਖੜ ਹੋਣਾ ਦੇ ਨਾਲ ਆਪਾਂ ਚੱਲੀਏ BJP 'ਚ। ਅੱਛਾ, ਕਈ ਤਰ੍ਹਾਂ ਦੇ ਨਵੇਂ ਕਿਆਸ ਵੀ ਚੱਲੀ ਜਾਂਦੇ ਨੇ। ਕਈ ਮੈਂ ਦੇਖਦਾ ਸਾਡੇ ਪੱਤਰਕਾਰ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਕਈ ਕਿਆਸ ਤਰ੍ਹਾਂ ਦੇ ਲਾਈ ਜਾਂਦੇ ਨੇ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਨਵਜੋਤ ਸਿੰਘ ਸਿੱਧੂ ਇਸ ਵਕਤ ਪਰਿਵਾਰ ਦੇ ਵਿੱਚ ਡਾਕਟਰ ਨਵਜੋਤ ਕੌਰ ਉਹਨਾਂ ਦੇ ਧਿਆਨ ਦੇ ਵਿੱਚ ਰੁੱਝੇ ਨੇ, ਕਿਉਂਕਿ ਡਾਕਟਰ ਨਵਜੋਤ ਕੌਰ ਬਹੁਤ ਜ਼ਿਆਦਾ ਬਿਮਾਰ ਨੇ, ਕੈਂਸਰ ਤੋਂ ਪੀੜਤ ਨੇ। ਉਂਝ ਪੰਜਾਬ ਦੇ ਮੁੱਦਿਆਂ 'ਤੇ ਨਵਜੋਤ ਸਿੰਘ ਸਿੱਧੂ ਹੁਣ ਵੀ ਭਾਵੇਂ ਟਵੀਟ ਦੇ ਰੂਪ 'ਚ, ਭਾਵੇਂ ਬਿਆਨ ਦੇ ਰੂਪ ਦੇ ਵਿੱਚ ਆਪਣੀ ਗੱਲ ਕਰ ਰਹੇ ਨੇ। ਪੰਜਾਬ ਦੇ ਮੁੱਦਿਆਂ ਨੂੰ ਤਾਂ ਨਵਜੋਤ ਸਿੰਘ ਸਿੱਧੂ ਨੇ ਖੜਾ ਕੀਤਾ। ਪੰਜਾਬ 'ਚ ਬਦਲਾਅ ਦੀ ਜ਼ਮੀਨ ਵੀ ਨਵਜੋਤ ਸਿੰਘ ਸਿੱਧੂ ਨੇ ਤਿਆਰ ਕੀਤੀ ਹੈ। ਇਹ ਤਾਂ ਗੱਲ ਭੁੱਲੀ ਨਹੀਂ ਜਾ ਸਕਦੀ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ 'ਚ ਨਵਜੋਤ ਸਿੰਘ ਸਿੱਧੂ ਦੀ ਕਿੱਡੀ ਭੂਮਿਕਾ ਸੀ, ਇਹਨੂੰ ਤਾਂ ਕੋਈ ਪੰਜਾਬੀ ਇਨਕਾਰ ਹੀ ਨਹੀਂ ਸਕਦਾ। ਸੋ ਇਸ ਕਰਕੇ ਸਾਡੇ ਪੱਤਰਕਾਰ ਭਾਈਚਾਰੇ 'ਚੋਂ ਕਈ ਸਾਥੀ ਨੇ, ਉਹਨਾਂ ਨੂੰ ਬਹੁਤ ਮੁਹੱਬਤ ਹੈ। ਨਵਜੋਤ ਸਿੰਘ ਸਿੱਧੂ 4-5 ਦਿਨ ਟਵੀਟ ਨਾ ਕਰਨ, ਉਹਨਾਂ ਨੂੰ ਚਿੰਤਾ ਹੋ ਜਾਂਦੀ ਵੀ ਨਵਜੋਤ ਸਿੰਘ ਸਿੱਧੂ ਪਾਰਟੀ ਬਦਲ ਰਿਹਾ, ਕਿਉਂ ਚੁੱਪ ਹੈ। ਨਵਜੋਤ ਸਿੰਘ ਸਿੱਧੂ ਨੇ ਅੱਜ ਤੱਕ ਇੱਕ ਪਾਰਟੀ ਬਦਲੀ ਹੈ, BJP ਛੱਡੀ ਹੈ ਤੇ ਕਾਂਗਰਸ 'ਚ ਆਏ ਨੇ। ਇਸ ਕਰਕੇ ਜੇ ਆਪਾਂ ਦੂਸਰਿਆਂ ਦੀ ਗੱਲ ਕਰੀਏ, ਭਗਵੰਤ ਮਾਨ ਸਾਹਿਬ ਦੀ ਗੱਲ ਸ਼ੁਰੂ ਕਰਦੇ ਹਾਂ। ਭਗਵੰਤ ਮਾਨ ਸਾਹਿਬ ਕਿਸੇ ਸਮੇਂ ਕਿੱਥੇ ਸੀ, ਮਨਪ੍ਰੀਤ ਬਾਦਲ ਨਾਲ ਆਏ ਤੇ ਫਿਰ ਆਮ ਆਦਮੀ ਪਾਰਟੀ 'ਚ ਆਏ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੀਡਰ ਨੇ। ਮਨਪ੍ਰੀਤ ਬਾਦਲ ਦੇਖ ਲਓ, ਮਨਪ੍ਰੀਤ ਬਾਦਲ ਕੋਲੇ ਵੀ ਬਹੁਤ ਤਜਰਬਾ ਹੈ ਪੋਲੀਟੀਕਲ ਟੂਰਿਜ਼ਮ ਦਾ। ਮਨਪ੍ਰੀਤ ਬਾਦਲ ਆਪਣੀ ਪਾਰਟੀ ਵੀ ਬਣਾਈ, ਅਕਾਲੀ ਦਲ 'ਚ ਵੀ ਰਹੇ, ਕਾਂਗਰਸ 'ਚ ਵੀ ਰਹੇ, ਹੁਣ BJP 'ਚ ਆ ਗਏ। ਇਸ ਤੋਂ ਵੱਧ ਕੋਈ ਵਿਅਕਤੀ ਕਿੱਥੇ ਜਾ ਸਕਦਾ ਹੈ? ਇਹ ਤਾਂ ਕੋਈ ਪੰਜਾਬ 'ਚ ਕੋਈ ਨਵਾਂ ਕੋਈ ਵੱਡਾ ਤਜਰਬਾ ਹੋਵੇ ਫਿਰ ਹੀ ਸੋਚਿਆ ਜਾ ਸਕਦਾ ਨਾ। ਸਾਰੀਆਂ ਪਾਰਟੀਆਂ 'ਚ ਲਗਭਗ, ਅਕਾਲੀ ਦਲ 'ਚ, BJP 'ਚ, ਕਾਂਗਰਸ 'ਚ ਆਪਣੀ ਪਾਰਟੀ ਬਣਾ ਲਈ। ਹੋਰ ਵੀ ਕਈ ਲੀਡਰ ਨੇ, ਕਿਹਦਾ ਨਾਮ ਲਈਏ। ਸੋ ਇਸ ਕਰਕੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪਾਰਟੀਆਂ ਬਦਲੀਆਂ। ਸਿੱਧੂ ਨੇ ਤਾਂ ਸਿਰਫ BJP ਤੋਂ ਕਾਂਗਰਸ 'ਚ ਵਾਪਸੀ ਕੀਤੀ ਹੈ, ਔਰ ਕਾਂਗਰਸ 'ਚ ਉਹਨਾਂ ਦਾ ਪਰਿਵਾਰਕ ਪਿਛੋਕੜ ਰਿਹਾ। ਉਹਨਾਂ ਦੇ ਪਿਤਾ ਸੁਤੰਤਰਤਾ ਸੈਨਾਨੀ ਸਰਦਾਰ ਭਗਵੰਤ ਸਿੰਘ ਸਿੱਧੂ, ਜਿਹੜੇ ਅੰਗਰੇਜ਼ਾਂ ਦੇ ਖਿਲਾਫ ਗਦਰ ਲਹਿਰ ਦਾ ਹਿੱਸਾ ਰਹੇ, ਆਜ਼ਾਦੀ ਘੁਲਾਟੀਏ ਰਹੇ ਔਰ ਅਖਬਾਰ ਵੰਡਦੇ ਰਹੇ।
ਭਾਰਤ ਦੀ ਆਜ਼ਾਦੀ ਦੇ ਹੌਕੇ ਵਾਲਾ ਅਖਬਾਰ ਵੰਡਦੇ ਰਹੇ ਤੇ ਮੌਤ ਦੀ ਸਜ਼ਾ ਵੀ ਉਹਨਾਂ ਨੂੰ ਸੁਣਾਈ ਗਈ। ਚਲੋ ਉਹਨਾਂ ਦੀ ਕਿਸਮਤ ਚੰਗੀ ਸੀ ਕਿ ਉਹਨਾਂ ਦੀ ਸਜ਼ਾ ਮਾਫੀ ਹੋਈ। ਸੋ ਇਸ ਕਰਕੇ ਕਈ ਗੱਲਾਂ ਮੀਡੀਆ 'ਚ ਸੁਰਖੀਆਂ ਬਣ ਜਾਂਦੀਆਂ ਨੇ, ਸੋਸ਼ਲ ਮੀਡੀਆ ਦੇ ਵਿੱਚ। ਮੈਨੂੰ ਲੱਗਦਾ ਉਹਨਾਂ ਨੂੰ ਵੀ ਸਾਰੇ ਤਰਕ ਦੇਖਣੇ ਚਾਹੀਦੇ ਨੇ। ਹਾਂ, ਇਹ 'ਚ ਕੋਈ ਦੋ ਰਾਏ ਨਹੀਂ ਕਿ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਕਈ ਅਜਿਹੇ ਲੀਡਰ ਸੀ ਜਿਨ੍ਹਾਂ 'ਚੋਂ ਇੱਕ ਤਾਂ ਤਿੜਕ ਹੀ ਗਏ। ਅਸ਼ਵਨੀ ਸੇਖੜੀ ਸਾਹਿਬ, ਉਹ ਵੀ ਇੱਕ ਲੀਡਰ ਸੀ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਖੜ ਕੇ ਬਹੁਤ ਵੱਡਾ ਕਾਂਗਰਸ ਦੇ ਹੱਕ ਦਾ ਨਾਅਰਾ ਮਾਰਦੇ ਸੀ। ਤਿੜਕ ਗਏ ਭਾਈ, ਤਿੜਕ ਗਏ ਤਾਂ ਤਿੜਕ ਗਏ। ਮੈਂ ਉਹੀ ਤਾਂ ਕਹਿੰਦਾ, ਸਿਆਸਤ 'ਚ ਪੋਲੀਟੀਕਲ ਲੀਡਰ ਦੇ ਜ਼ਮੀਰ ਦੀ ਗਰੰਟੀ ਅਗਲੀ ਸਵੇਰ ਨੂੰ ਹੀ ਹੁੰਦੀ ਹੈ ਵੀ ਭਾਈ ਅੱਜ ਸਵੇਰ ਤੱਕ ਲੀਡਰ ਪਾਰਟੀ 'ਚ ਹੈ ਤੇ ਹੈ। ਤਿੜਕਣ ਵਾਲਿਆਂ ਦੀ ਕਈ ਲੀਡਰਾਂ ਦਾ ਸਟੈਂਡ, ਉਂਝ ਅਸ਼ਵਨੀ ਸੇਖੜੀ ਪਿਛਲੇ ਕਾਫੀ ਸਮੇਂ ਤੋਂ ਨਾਰਾਜ਼ ਵੀ ਸੀ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ। ਉਹ ਪਿੱਛੇ ਜੇ ਵੀ ਚੋਣਾਂ ਤੋਂ ਪਹਿਲਾਂ ਵੀ ਗੱਲ ਤੁਰੀ ਸੀ ਵੀ ਕਿਤੇ ਉਹ ਛੱਡ ਹੀ ਨਾ ਜਾਣ ਪਾਰਟੀ, ਅਖੀਰ 'ਤੇ ਛੱਡ ਗਏ। ਉਂਝ ਅਸ਼ਵਨੀ ਸੇਖੜੀ ਕਾਬਲ ਲੀਡਰ ਨੇ, ਸਾਬਕਾ ਮੰਤਰੀ ਨੇ, ਬਟਾਲੇ 'ਚ ਉਹਨਾਂ ਦਾ ਚੰਗਾ ਪ੍ਰਭਾਵ ਹੈ। ਕਾਂਗਰਸ ਤੋਂ ਨਹੀਂ ਬਣੇ ਤੇ ਕੋਈ ਗੱਲ ਨਹੀਂ, ਬੀਜੇਪੀ ਤੋਂ ਬਣ ਸਕਦੇ ਨੇ। ਅੱਛਾ, ਇਕੱਲੇ ਅਸ਼ਵਨੀ ਸੇਖੜੀ ਨਹੀਂ, ਹੋਰ ਵੀ ਕਈ ਲੀਡਰ ਤਿੜਕ ਸਕਦੇ ਨੇ। ਦੇਖੋ, ਪੋਲੀਟੀਕਲ ਲੀਡਰਾਂ ਕੋਲੇ ਹੱਕ ਹੈ ਆਪਣਾ ਫੈਸਲਾ ਕਰਨ ਦਾ ਵੀ ਅਸੀਂ ਕਿੱਧਰ ਜਾਣਾ ਹੈ। ਪਰ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਨਵਜੋਤ ਸਿੰਘ ਸਿੱਧੂ ਬੇਵਫਾਈ ਨਹੀਂ ਕਰਦਾ। ਨਵਜੋਤ ਸਿੰਘ ਸਿੱਧੂ ਨੇ ਜਦੋਂ ਬੀਜੇਪੀ ਛੱਡੀ, ਪੰਜਾਬ ਲਈ ਛੱਡੀ ਸੀ ਔਰ ਯਤਨ ਬਹੁਤ ਕੀਤੇ ਨਵਜੋਤ ਸਿੰਘ ਸਿੱਧੂ ਨੇ, ਉਹ ਠੀਕ ਹੈ। ਪਰ ਮੈਂ ਇਹ ਵੀ ਦੇਖ ਰਿਹਾ ਕਿ ਨਵਜੋਤ ਸਿੰਘ ਸਿੱਧੂ ਲਈ ਰਾਹ ਪੱਧਰਾ ਵੀ ਹੋ ਰਿਹਾ ਪੰਜਾਬ 'ਚ। ਕਿਸ ਰੂਪ 'ਚ ਨਵਜੋਤ ਸਿੰਘ ਸਿੱਧੂ ਲਈ ਰਾਹ ਪੱਧਰਾ ਹੋ ਰਿਹਾ, ਆਉਂਦੇ ਦਿਨਾਂ 'ਚ ਗੱਲ ਕਰਾਂਗੇ। ਪੋਲੀਟੀਕਲ ਸੜਕ ਬਹੁਤ ਲੰਮੀ ਤੈਅ ਕਰਨੀ ਹੈ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਨੇ, ਕਿਉਂਕਿ ਜੇ ਪੰਜਾਬ ਨੂੰ ਕਰਜ਼ੇ 'ਚੋਂ ਬਾਹਰ ਕੱਢਣਾ ਹੈ, ਪੰਜਾਬ ਦਾ ਚਿਹਰਾ ਮੋਹਰਾ ਬਦਲਣਾ ਹੈ, ਖੁਸ਼ਹਾਲੀ, ਤਰੱਕੀ, ਉਹਦੇ ਲਈ ਨੀਤੀਆਂ ਚਾਹੀਦੀਆਂ ਨੇ ਤੇ ਨੀਤੀਆਂ ਵਾਲੇ ਲੀਡਰ ਬਹੁਤ ਘੱਟ ਹੈ। ਇਸ ਕਰਕੇ ਹਾਂ, ਠੀਕ ਹੈ, ਕਈ ਵਾਰੀ ਸਾਨੂੰ ਇਹ ਲੱਗਦਾ ਕਿ ਖਿਡਾਰੀ ਆਊਟ ਆਫ ਫਾਰਮ ਹੁੰਦਾ, ਰਨ ਨਹੀਂ ਬਣ ਰਹੇ ਹੁੰਦੇ। ਪਰ ਜਿਵੇਂ ਜਿਵੇਂ ਫਾਈਨਲ ਨੇੜੇ ਆਉਂਦਾ, ਕਿਉਂਕਿ ਹੁਣ ਤਾਂ ਪੰਜਾਬ ਦੇ ਲੋਕਾਂ ਨੇ ਫੈਸਲਾ ਦੇਤਾ, ਪਰ ਜੇ ਨਾ ਪੰਜਾਬ ਕਰਜ਼ੇ 'ਚੋਂ ਬਾਹਰ ਆਇਆ ਤੇ ਟੇਕ ਫਿਰ ਨਵਜੋਤ ਸਿੰਘ ਸਿੱਧੂ ਤੇ ਹੀ ਹੈ, ਕਿਉਂਕਿ ਇਮਾਨਦਾਰੀ ਦੀ ਸਿਆਸਤ ਦੇ ਨਾਲ ਨਾਲ ਨੀਤੀਗਤ ਸਿਆਸਤ ਪੰਜਾਬ ਨੂੰ ਉਭਾਰੂਗੀ, ਕਰਜ਼ੇ 'ਚੋਂ ਬਾਹਰ ਕੱਢੂਗੀ। ਔਰ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਪੋਲੀਟੀਕਲ ਪਿੱਚ 'ਤੇ ਹਮੇਸ਼ਾ ਹੀ ਇੱਕ ਦਲੇਰ ਤੇ ਇਮਾਨਦਾਰ ਖਿਡਾਰੀ ਦੀ ਤਰ੍ਹਾਂ ਬਰਕਰਾਰ ਰਹਿਣਗੇ, ਜੋ ਮੈਨੂੰ ਲੱਗਦਾ ਹੈ। ਬਾਕੀ ਆਉਂਦੇ ਦਿਨਾਂ 'ਚ ਹੋਰ ਬੜਾ ਕੁਝ ਹੋਣਾ ਹੈ ਹਰਜੋਤ ਜੀ, ਇੱਕ ਇੱਕ ਕਰਕੇ ਆਪਾਂ ਪਰਤਾਂ ਢੇੜਦੇ ਰਹਾਂਗੇ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ, ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।